Hello, everybody. 2021. Okay, so ਹਾਂਜੀ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦੇ ਮੈਸੇजेस ਵਾਸਤੇ। ਤੁਸੀਂ ਕਾਫੀ ਜਾਣਿਆਂ ਨੇ ਸਾਨੂੰ ਮੈਸੇਜ ਕਰਕੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਸੋ ਹਾਂਜੀ ਥੈਂਕ ਯੂ ਐਂਡ ਹੈਪੀ ਨਿਊ ਈਅਰ ਐਂਡ ਉਮੀਦ ਕਰਦੇ ਹਾਂ ਕਿ ਇਹ ਨਵਾਂ ਸਾਲ ਸਾਡੇ ਸਾਰਿਆਂ ਲਈ ਇੱਕ ਵਧੀਆ ਸਾਲ ਰਵੇ। ਸਾਡੀ ਜਿੱਥੇ ਸਾਡੀ ਸਾਡੀ ਫਿਜ਼ੀਕਲ ਸਿਹਤ ਵਾਸਤੇ ਸਿਹਤਮੰਦ ਰਵੇ, ਉੱਥੇ ਇੱਕ ਸਾਡੀ ਮਾਨਸਿਕ ਸਿਹਤ ਵਾਸਤੇ ਵੀ ਇਹ ਸਾਲ ਸਾਡੇ ਲਈ ਸਿਹਤਮੰਦ ਰਵੇ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ 2020 ਇੱਕ ਅਲੱਗ ਹੀ ਤਰ੍ਹਾਂ ਦਾ ਤਜਰਬਾ ਰਿਹਾ ਸਾਡੀ ਜ਼ਿੰਦਗੀਆਂ ਦੇ ਵਿੱਚ। ਜਦੋਂ ਸਾਲ ਸਟਾਰਟ ਹੋਇਆ ਸੀ, ਅਸੀਂ ਕਿਸੇ ਨੇ ਸੋਚਿਆ ਨਹੀਂ ਸੀ ਵੀ ਇਸ ਸਾਲ ਦੀ ਜਿਹੜੀ ਇਸ ਸਾਲ ਦੀ ਤਜਰਬਾ ਹੋਊਗਾ ਜਾਂ ਇਸ ਸਾਲ ਦਾ ਐਕਸਪੀਰੀਅੰਸ ਹੋਊਗਾ, ਉਹ ਸਾਡੇ ਲਈ ਕਿੰਨਾ ਵੱਖਰਾ ਹੋਊਗਾ ਦੂਜੇ ਸਾਲਾਂ ਨਾਲੋਂ। ਸੋ ਜੀ ਹਾਂ, ਸੋ ਅੱਜ ਅਸੀਂ ਗੱਲ ਕਰਾਂਗੇ ਕਿ ਇਸ ਸਾਲ ਨੇ, ਬਿਕਾਜ਼ ਇਹ ਬੜਾ ਜ਼ਰੂਰੀ ਹੈ ਕਿ ਸਾਡੀ ਮਾਨਸਿਕਤਾ ਵਾਸਤੇ। ਸੋ ਫੋਰ ਐਗਜ਼ਾਮਪਲ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੇਖ ਲਵਾਂ ਕਿ ਤੁਸੀਂ ਇੱਕ ਪਾਥ ਸੀ, ਇੱਕ ਰਾਹ ਸੀ, ਰੋਜ਼ ਤੁਸੀਂ ਉੱਤੇ ਉਹਦੇ 'ਤੇ ਤੁਸੀਂ ਵਾਕ ਕਰਦੇ ਸੀ ਐਂਡ ਉਹਦੇ 'ਤੇ ਤੁਸੀਂ ਵਾਕ ਕਰਕੇ ਇੱਕ ਦਿਨ ਤੁਹਾਡੇ ਉੱਥੇ ਸਾਹਮਣੇ ਕੋਈ ਚੀਜ਼ ਆਈ ਅਤੇ ਤੁਸੀਂ ਉੱਥੇ ਡਿੱਗ ਪਏ, ਸ਼ਾਇਦ ਤੁਸੀਂ ਅੜ ਕੇ ਡਿੱਗ ਪਏ ਐਂਡ ਜ਼ਰੂਰ ਜਿਹੜੀਆਂ ਚੀਜ਼ਾਂ ਸਾਡੇ ਰਾਹ 'ਚ ਪਈਆਂ ਹੁੰਦੀਆਂ ਉਹ ਸਾਡੇ ਹੱਥ ਵੱਸ ਨਹੀਂ ਹੁੰਦੀਆਂ ਹੈਗੀਆਂ। ਉਹ ਅਸੀਂ ਕੋਈ ਵੀ ਜਦੋਂ ਅਸੀਂ ਰਾਹ 'ਤੇ ਤੁਰੇ ਜਾਂਦੇ ਕੋਈ ਚੀਜ਼ ਕਿਤੇ ਵੀ ਸਿੱਟ ਸਕਦਾ ਵਾ। ਸੋ ਹੁੰਦਾ ਕਿ ਅਸੀਂ ਡਿੱਗ ਪੈਂਦੇ ਹਾਂ ਐਂਡ ਅਸੀਂ ਸਾਡੀ ਸੱਟ ਲੱਗਦੀ ਹੈ, ਅਸੀਂ ਸ਼ਾਇਦ ਆਪਦੇ ਮਨ 'ਚ ਚੀਕਦੇ ਹਾਂ ਜਾਂ ਕਈ ਉੱਚੀ ਚੀਕਦੇ ਨੇ ਐਂਡ ਕਹਿੰਦੇ ਕਿ ਸਾਡੇ ਸੱਟ ਲੱਗ ਗਈ। ਉਸ ਤੋਂ ਬਾਅਦ ਸਾਡੀ ਸੱਟ ਹੀਲ ਹੋਣ ਲੱਗ ਜਾਂਦੀ, ਠੀਕ ਹੋਣ ਲੱਗ ਜਾਂਦੀ ਆ। ਪਰ ਆਮ ਤੁਸੀਂ ਦੇਖੋ ਕਿ ਅਸੀਂ ਕੁਝ ਸਿੱਖ ਜਾਂਦੇ ਉੱਥੋਂ। ਅਸੀਂ ਸਿੱਖ ਜਾਂਦੇ ਹਾਂ ਕਿ ਇਸ ਰਾਹ 'ਤੇ ਇਸ ਥਾਂ 'ਤੇ ਇੱਕ ਟੋਆ ਵਾ ਜਾਂ ਇੱਕ ਆਬਸਟੀਕਲ ਆ ਜਾਂ ਇੱਥੇ ਅਸੀਂ ਡਿੱਗਾਂਗੇ। ਸਾਨੂੰ ਪਤਾ ਲੱਗਣਾ, ਅਸੀਂ ਸਿੱਖ ਜਾਂਦੇ ਉਸ ਰਾਹ ਦੀ ਇੱਕ ਔਕੜ ਤੋਂ ਸਿੱਖ ਜਾਂਦੇ ਹਾਂ। ਸੋ ਇਵੇਂ ਹੀ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਐਕਸਟਰਨਲ ਇਨਵਾਇਰਮੈਂਟ ਦੇ ਵਿੱਚ ਕੋਈ ਚੀਜ਼ ਆਉਂਦੀ ਆ, ਸਾਡੀ ਮਾਨਸਿਕਤਾ ਦਾ ਵੀ ਗਰੋ ਹੋਣਾ ਬੜਾ ਜ਼ਰੂਰੀ ਹੈ। ਵਰਨਾ ਅਸੀਂ ਉਸੇ ਪੀੜ ਦੇ ਵਿੱਚ ਹੀ ਸਟਕ ਰਵਾਂਗੇ ਜਿਹੜੀ ਪੀੜ ਸਾਨੂੰ ਲੱਗਿਆ। ਫੋਰ ਐਗਜ਼ਾਮਪਲ, ਜਿਵੇਂ ਇਸ ਜਿਹੜੇ ਰਾਹ ਦੇ ਵਿੱਚ ਜਾਂਦੇ ਸੀ ਐਂਡ ਉਹਨਾਂ ਦੀ ਪੀੜ ਤੋਂ ਅਸੀਂ ਉੱਚੀ ਉੱਚੀ ਰੋਈ ਜਾਈਏ, ਅਸੀਂ ਸਾਡੀ ਸਾਲਾਂ ਬੱਧੀ ਉਹ ਪੀੜ ਨਾ ਠੀਕ ਕਰੇ। ਇਹਦਾ ਮਤਲਬ ਹੈ ਕਿ ਅਸੀਂ ਜਿਹੜਾ ਉਹ ਐਕਸਪੀਰੀਅੰਸ ਸੀ, ਉਹ ਤਜਰਬਾ ਸੀ, ਉਹ ਤੋਂ ਉੱਪਰ ਉੱਠ ਨਹੀਂ ਸਕੇ। ਪਰ ਇਹ ਤਜਰਬਾ ਅਸੀਂ ਯੂਜ਼ ਕਰਨਾ 2020 ਦਾ ਕਿ ਅਸੀਂ ਇਸ ਤਜਰਬੇ ਤੋਂ ਉੱਪਰ ਉੱਠ ਕੇ ਅਸੀਂ ਤੋਂ ਸਿੱਖ ਸਕੀਏ, ਕੁਝ ਸਾਡੀ ਮਾਨਸਿਕਤਾ ਦਾ ਗਰੋਥ ਹੋ। ਬਿਕਾਜ਼ ਨਵਾਂ ਸਾਲ ਜ਼ਰੂਰ ਸਾਡੇ ਲਈ ਹੈ, ਪਰ ਜਿੰਨਾ ਚਿਰ ਸਾਡੇ ਇਸ ਦਿਮਾਗ ਦੇ ਵਿੱਚ ਇੱਕ ਨਵੀਂ ਸੋਚ ਨਹੀਂ ਕਰ ਸਕਦੀ, ਸਾਡੇ ਲਈ ਕੋਈ ਸਾਲ ਨਵਾਂ ਜਾਂ ਪੁਰਾਣਾ ਨਹੀਂ ਹੋ ਸਕਦਾ। ਬਿਕਾਜ਼ ਸਾਡੇ ਲਈ ਉਹ ਪੁਰਾਣੇ ਸਾਲ ਜਾਣਗੇ। ਪਰ ਜਿਸ ਸਾਲ ਦੇ ਵਿੱਚ, ਜਿਸ ਦਿਨ ਦੇ ਵਿੱਚ ਸਾਡੀ ਸੋਚ ਨਵੀਂ ਹੋਣ ਲੱਗ ਜਾਂਦੀ ਆ, ਉਹ ਸੋਚ ਉਹ ਸਾਡੇ ਲਈ ਦਿਨ ਨਵਾਂ ਹੋ ਜਾਂਦਾ, ਸਾਡੀ ਲਈ ਜ਼ਿੰਦਗੀ ਵੀ ਨਵੀਂ ਹੋ ਜਾਂਦੀ ਆ। ਸੋ ਅੱਜ ਅਸੀਂ ਗੱਲ ਕਰਾਂਗੇ ਕਿ 2020 ਤੋਂ ਅਸੀਂ ਕੀ ਸਿੱਖਿਆ ਵਾ, ਅਸੀਂ ਇਸ ਤੋਂ ਗਾਂਹ ਕੀ ਲੈ ਕੇ ਜਾ ਰਹੇ, ਅਸੀਂ ਮਾਨਸਿਕਤਾ 'ਤੇ ਕਿਵੇਂ ਵਿਕਾਸ ਕੀਤਾ, ਸਾਡੀ ਮਾਨਸਿਕਤਾ ਦੀ ਕਿਵੇਂ ਗਰੋਥ ਠੀਕ ਹੋਈ ਆ, ਅਸੀਂ ਆਪਦੇ ਆਪ 'ਚ ਮਾਨਸਿਕ ਤੰਦਰੁਸਤ ਹੋਣ ਲਈ ਕੀ ਸਿੱਖਿਆ ਇਹਦੇ ਤੋਂ। ਸੋ ਫਸਟ ਆਫ ਆਲ ਤੁਸੀਂ ਦੇਖੋ ਕਿ ਜਦੋਂ 2020 ਦੇ ਵਿੱਚ ਇਹ ਚੀਜ਼ ਆਈ, ਸਾਡੀ ਸਭ ਤੋਂ ਜ਼ਿਆਦਾ ਜਿਹੜੀ ਸਾਨੂੰ ਚੀਜ਼ ਨੇ ਟ੍ਰਿਗਰ ਜਾਂ ਫਰਸਟ੍ਰੇਟ ਕੀਤਾ, ਸਾਡੀਆਂ ਆਦਤਾਂ ਟੁੱਟ ਗਈਆਂ। ਐਂਡ ਤੁਸੀਂ ਆਮ ਵੇਖੋ, ਆਦਤ ਤੋੜਨੀ ਕਿੰਨੀ ਔਖੀ ਆ। ਆਦਤਾਂ ਕਰਕੇ ਤਾਂ ਅਸੀਂ ਜ਼ਿੰਦਗੀ ਜ਼ਿਆਦਾ ਸਫਰ ਕਰਦੇ ਹਾਂ। ਅਸੀਂ ਮਾਪੇ ਬਣ ਜਾਂਦੇ, ਫਿਰ ਅਸੀਂ ਬੱਚਿਆਂ ਨਾਲ ਆਦਤਾਂ ਉਹੀ ਰੱਖਦੇ ਹਾਂ ਜਿਹੜੀਆਂ ਆਦਤਾਂ ਸਾਡੀਆਂ ਪਹਿਲੀਆਂ ਸੀ। ਉਹ ਆਦਤਾਂ ਬੱਚਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਗੀਆਂ ਅਤੇ ਆਦਤਾਂ ਹੀ ਉੱਥੇ ਅਸੀਂ ਸਟਕ ਕਰਦੇ ਹਾਂ। ਫਿਰ ਪਹਿਲਾਂ ਅਸੀਂ ਸਿੰਗਲ ਹੁੰਦੇ, ਫਿਰ ਜਦੋਂ ਸਾਡਾ ਵਿਆਹ ਹੋ ਜਾਂਦਾ ਵਾ ਐਂਡ ਸਾਡੀ ਪਾਰਟਨਰ ਨਾਲ ਨਹੀਂ, ਬਿਕਾਜ਼ ਸਾਡੀਆਂ ਆਦਤਾਂ ਹੀ ਉਹ ਹੁੰਦੀਆਂ ਐਂਡ ਉਹਨਾਂ ਨੂੰ ਸ਼ਾਇਦ ਉਹ ਆਦਤਾਂ ਨਹੀਂ ਚੰਗੀਆਂ। ਅਸੀਂ ਆਦਤਾਂ ਨਹੀਂ ਬਦਲਦੇ, ਉਹ ਆਪਣੀਆਂ ਆਦਤਾਂ ਨਹੀਂ ਬਦਲਦੇ ਅਤੇ ਅਸੀਂ ਉੱਥੇ ਹੀ ਸਟਕ ਰਹੇ ਨੇ। ਸੋ ਆਦਤ, ਐਂਡ ਤੁਸੀਂ ਦੇਖੋ ਕਿ ਫਿਰ ਆਪਾਂ ਖਾਣ ਦੀ ਆਦਤ ਵੀ, ਕੋਈ ਫੂਡ ਆਪਾਂ ਖਾਂਦੇ ਹਾਂ ਕਿਸੇ ਵੀ ਤਰੀਕੇ ਨਾਲ, ਆਪਾਂ ਨੂੰ ਫੂਡ ਜਦੋਂ ਆਪਾਂ ਨਹੀਂ ਖਾਂਦੇ, ਆਪਣੀ ਉਹ ਆਦਤ ਟੁੱਟਣੀ। ਜਦੋਂ ਕਿ ਆਪਾਂ ਨੂੰ ਡਾਕਟਰ ਕਹਿ ਦਿੰਦਾ ਕਿ ਆਹ ਫੂਡ ਤੁਸੀਂ ਨਾ ਖਾਓਗੇ, ਤੁਹਾਡੀ ਬਾਡੀ ਲਈ ਠੀਕ ਨਹੀਂ ਹੈ, ਜਾਂ ਇਹ ਫੂਡ ਤੁਹਾਡੇ ਲਈ ਤੁਹਾਡੇ ਡਾਈਜੈਸਟਰ ਨੂੰ ਖਰਾਬ ਕਰਦਾ ਵਾ, ਕਿੰਨਾ ਔਖਾ ਹੁੰਦਾ। ਸੋ 2020 ਦੇ ਵਿੱਚ ਸਾਡੀਆਂ ਆਦਤਾਂ ਟੁੱਟੀਆਂ ਐਂਡ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਅਸੀਂ ਆਦਤਾਂ ਤੋੜਦੇ ਹਾਂ, ਉਦੋਂ ਸਾਨੂੰ ਗੁੱਸਾ ਵੀ ਚੜ੍ਹਦਾ, ਉਦੋਂ ਸਾਨੂੰ ਫਰਸਟ੍ਰੇਸ਼ਨ ਵੀ ਆਉਂਦੀ ਹੈ, ਉਦੋਂ ਸਾਡੀ ਡਿਸਅਪੁਆਇੰਟਮੈਂਟ ਵੀ ਸਟਾਰਟ ਹੁੰਦੀ ਹੈ, ਕਿਉਂਕਿ ਸਾਡੀਆਂ ਆਦਤਾਂ ਟੁੱਟੀਆਂ। ਤੁਸੀਂ ਦੇਖੋ ਕਿ ਅਸੀਂ ਰੈਗੂਲਰਲੀ ਜਿਵੇਂ ਕੰਮ 'ਤੇ ਜਾਂਦੇ ਸੀ, ਉਹ ਆਦਤ ਟੁੱਟੀ। ਅਸੀਂ ਆਪਣੇ ਬੱਚਿਆਂ ਨੂੰ ਜਿਵੇਂ ਸਾਂਭਦੇ ਸੀ, ਉਹ ਆਦਤ ਟੁੱਟੀ। ਅਸੀਂ ਜਿਵੇਂ ਕਾਰ 'ਤੇ ਬਾਹਰ ਘੁੰਮਣ ਜਾਂਦੇ ਸੀ, ਸਾਡੀਆਂ ਉਹ ਆਦਤਾਂ ਟੁੱਟੀਆਂ। ਜਿਵੇਂ ਅਸੀਂ ਮੂਵੀ ਵੇਖਣ ਜਾਂਦੇ ਸੀ, ਸਾਡੀਆਂ ਉਹ ਆਦਤਾਂ ਟੁੱਟੀਆਂ। ਜਿਵੇਂ ਅਸੀਂ ਲੋਕਾਂ ਨਾਲ ਇੰਟਰੈਕਟ ਕਰਦੇ ਸੀ, ਸਾਡੀਆਂ ਉਹ ਆਦਤਾਂ ਟੁੱਟੀਆਂ। ਜਿਵੇਂ ਹੋਰ ਬਾਹਰ ਅਸੀਂ ਕਿ ਵੀ ਪਬਲਿਕਲੀ ਜਾਂਦੇ ਸੀਗੇ ਬਿਨਾਂ ਮਾਸਕ ਅਤੇ ਬਿਨਾਂ ਸੈਨੀਟਾਈਜ਼ਰ ਤੋਂ, ਸਾਡੀਆਂ ਉਹ ਆਦਤਾਂ ਟੁੱਟੀਆਂ ਵਾ, ਸਾਡੀ ਉਹ ਆਦਤ ਟੁੱਟੀ ਆ। ਐਂਡ ਆਦਤ ਟੁੱਟਣ ਨਾਲ ਕੀ ਹੁੰਦਾ ਵਾ, ਅਫਕੋਰਸ ਅਸੀਂ ਆਪਦੇ ਆਪ 'ਚ ਦੁੱਖ ਮਹਿਸੂਸ ਕਰਦੇ ਸੀ, ਡਿਸਅਪੁਆਇੰਟਮੈਂਟ ਮਹਿਸੂਸ ਕਰਦੇ, ਬਿਕਾਜ਼ ਕਾਊਂਸਲਿੰਗ ਸਾਰੀ ਤੁਸੀਂ ਦੇਖ ਦਿਓ ਅਤੇ ਅਸੀਂ ਆਦਤਾਂ ਹੀ ਛੱਡਣ ਆਉਂਦੇ ਹਾਂ।
ਕਾਉਂਸਲਿੰਗ ਦੇ ਵਿੱਚ ਵੀ ਜਦੋਂ ਲੋਕ ਮੇਰੇ ਕੋਲ ਆਉਂਦੇ ਆ, ਉਹਨਾਂ ਦਾ ਅੰਡਰ ਕੋਰ ਰੀਜ਼ਨ ਹੁੰਦਾ ਕਿ ਉਹਨਾਂ ਨੇ ਆਦਤ ਛੱਡਣੀ ਆ, ਮਾਨਸਿਕ ਆਦਤ, ਸਰੀਰਕ ਆਦਤਾਂ ਤੁਹਾਨੂੰ ਸਾਨੂੰ ਥੋੜ੍ਹੀਆਂ ਜਿਹੀ ਕਲੀਅਰਲੀ ਦਿਖ ਜਾਂਦੀਆਂ। ਜਿਹੜੀਆਂ ਮਾਨਸਿਕ ਆਦਤਾਂ ਹੁੰਦੀਆਂ ਉਹ ਸਾਨੂੰ ਦੇਖਣ 'ਚ ਥੋੜ੍ਹੀ ਦਿੱਕਤ ਆਉਂਦੀ, ਉਹ ਇੰਨੀ ਸਾਡੀ ਪ੍ਰੋਬਲਮ ਅਸੀਂ ਦੇਖ ਨਹੀਂ ਸਕਦੇ ਜਿਹੜੀਆਂ ਸਾਡੀਆਂ ਮਾਨਸਿਕ ਆਦਤਾਂ। ਸੋ 2020 ਨੇ ਸਾਡੀ ਆਦਤਾਂ ਤੋੜੀਆਂ। ਐਂਡ ਆਦਤਾਂ ਤੋੜੀਆਂ, ਤੁਸੀਂ ਦੇਖੋ ਕਿ ਰੋਜ਼ ਤੁਸੀਂ ਬੱਚੇ ਨੂੰ ਵੀ ਕੋਕ ਦੇਵੋ ਐਂਡ ਫਿਰ ਇੱਕ ਦਿਨ ਤੁਸੀਂ ਕਹੋ ਕਿ ਮੈਂ ਕੋਕ ਨਹੀਂ ਦੇਣਾ, ਤੇ ਉਹ ਬੜਾ ਗੁੱਸੇ ਹੁੰਦਾ, ਉਹ ਫਰਸਟ੍ਰੇਟ ਹੁੰਦਾ, ਉਹ ਡਿਸਅਪੋਇੰਟ ਹੁੰਦਾ, ਸ਼ਾਇਦ ਉਹ ਤੁਹਾਨੂੰ ਹਿੱਟ ਵੀ ਕਰਨ ਲੱਗ ਸਕਦਾ ਵਾ, ਸ਼ਾਇਦ ਉਹ ਚੀਜ਼ ਵੀ ਚਲਾ ਕੇ ਮਾਰ ਸਕਦਾ। ਕੀ ਕਰ ਰਹੇ ਹੋ ਤੁਸੀਂ? ਆਦਤ ਤੋੜ ਰਹੇ ਆ। ਐਂਡ ਆਦਤ ਤੋੜਨਾ ਤਾਂ ਇੱਕ ਬੱਚੇ ਨੂੰ ਵੀ ਚੰਗਾ ਨਹੀਂ ਲੱਗਦਾ ਗਾ। ਪਰ ਸਾਨੂੰ ਜਿਹੜਾ ਅਸੀਂ ਐਂਡ ਜਿਸ ਕਲਚਰ, ਜਿਸ ਵਾਤਾਵਰਨ 'ਚ ਅਸੀਂ ਵਾਤਾਵਰਨ ਦੇ ਵਿੱਚ ਰਹਿੰਦੇ ਹਾਂ, ਅਸੀਂ ਰੇਜ਼ ਕੀਤੇ ਗਏ ਹਾਂ, ਉੱਥੇ ਆਦਤਾਂ ਹੀ ਲੰਮੇ ਸਮੇਂ ਤੱਕ ਜਿਹੜੀਆਂ ਸਾਡੇ ਤੋਂ, ਜਿਸ ਪਰਿਵਾਰ ਦੇ ਵਿੱਚ ਅਸੀਂ ਬਚਪਨ 'ਚ ਜਿਹੜੀਆਂ ਆਦਤਾਂ ਸੋਚਾਂ ਸਾਡੇ 'ਚ ਉਹ ਐਂਡ ਤੱਕ ਨਹੀਂ ਸਾਡੀਆਂ ਆਦਤਾਂ ਜਾਂਦੀਆਂ, ਸਾਰੀ ਉਮਰ ਲੰਘ ਜਾਂਦੀ ਸਾਡੀਆਂ ਆਦਤਾਂ ਨਹੀਂ। ਸੋ ਇਸ ਸਾਲ ਨੇ ਸਾਨੂੰ ਆਦਤਾਂ ਤੋੜਨੀਆਂ। ਐਂਡ ਕਿੰਨੇ ਅਸੀਂ ਔਖੇ ਹੋਏ ਆਦਤਾਂ। ਫੋਰ ਐਗਜ਼ਾਮਪਲ ਅਸੀਂ ਹਰੇਕ ਮੰਥ ਸਰਟਨ ਅਮਾਊਂਟ ਆਫ ਮਨੀ ਬਣਾਉਂਦੇ ਸੀ। ਮੇ ਬੀ ਜੇ ਤੁਸੀਂ ਬਿਜ਼ਨਸ 'ਚ ਹੋਗੇ, ਬਿਕਾਜ਼ ਬਹੁਤ ਲੋਕਾਂ ਨੇ ਮੇਰੇ ਕੋਲ ਕਾਉਂਸਲਿੰਗ ਵੀ ਲਈ ਆ, ਜਿਹੜੇ ਬਿਜ਼ਨਸ ਸੀ, ਜਿਨ੍ਹਾਂ ਨੂੰ ਬਿਜ਼ਨਸ 'ਚ ਲਾਸ ਹੋਈ ਆ। ਐਂਡ ਆਫਕੋਰਸ ਤੁਸੀਂ ਹਰ ਮੰਥ ਇੱਕ ਇਨਕਮ ਲਿਆਉਂਦੇ ਸੀ, ਇੱਕ ਨੰਬਰ, ਇੱਕ ਫਿਗਰ ਲਿਆਉਂਦੇ ਸੀ ਉਸ ਚੈੱਕ ਦਾ। ਪਰ ਹੁਣ ਕੀ ਹੋਇਆ? ਆਦਤ ਟੁੱਟੀ ਆ, ਉਹ ਪੈਟਰਨ ਟੁੱਟਿਆ ਵਾ, ਹੁਣ ਉਹ ਫਰਸਟ੍ਰੇਸ਼ਨ ਆ। ਤੁਸੀਂ ਘਰ ਦੇ ਵਿੱਚ ਸਿਰਫ ਆਪਦੇ ਹਸਬੈਂਡ, ਆਪਦੀ ਵਾਈਫ ਨਾਲ, ਆਪਦੇ ਬੱਚਿਆਂ ਨਾਲ ਸਿਰਫ 2 ਘੰਟੇ ਘਰ ਦੇ ਵਿੱਚ ਸਪੈਂਡ ਕਰਦੇ ਸੀ, ਬਾਕੀ ਟਾਈਮ ਤੁਹਾਡਾ ਬਾਹਰ ਹੀ ਹੁੰਦਾ ਸੀਗਾ। ਐਂਡ ਉਹ ਆਦਤ ਟੁੱਟੀ ਆ ਬਿਕਾਜ਼ ਸਡਨਲੀ ਹੁਣ ਤੁਹਾਨੂੰ ਸਾਰਾ ਦਿਨ ਆਪਣੇ ਬੱਚਿਆਂ ਤੇ ਆਪਣੀ ਘਰ ਵਾਲੀ ਜਾਂ ਜਾਂ ਆਪਦੇ ਹਸਬੈਂਡ ਨਾਲ ਜਾਂ ਆਪਦੇ ਘਰ ਦੇ ਹੋਰ ਮੈਂਬਰਾਂ ਦੇ ਨਾਲ ਰਹਿਣਾ ਪਿਆ ਰਿਹਾ। ਆਦਤ। ਸੋ ਇੱਥੇ ਸਾਡਾ ਜਾਣਨਾ ਬੜਾ ਜ਼ਰੂਰੀ ਹੈ ਕਿ ਸਾਡੀ ਆਦਤ ਟੁੱਟਣ ਦੇ ਕਾਰਨ ਅਸੀਂ ਸਫਰ ਹੋਏ ਹਾਂ। ਸਾਡੀ ਆਦਤ ਟੁੱਟਣ ਐਂਡ ਜ਼ਿੰਦਗੀ ਜੇ ਅਸੀਂ ਐਂਡ ਜਿਹੜੀ ਕਿ ਸਾਡੀ ਪੈਰੈਂਟਿੰਗ ਦੇ ਵਿੱਚ ਸਾਨੂੰ ਨਹੀਂ ਸਿਖਾਇਆ ਜਾਂਦਾ, ਜ਼ਿੰਦਗੀ ਇੱਕ ਆਦਤਾਂ ਨੂੰ ਤੋੜਨਾ, ਵਕਤ ਤੋਂ ਵਕਤ ਆਦਤਾਂ ਨੂੰ ਤੋੜਨਾ ਹੀ ਉਹਨੂੰ ਜ਼ਿੰਦਗੀ ਅਸੀਂ ਕਹਿੰਦੇ ਹਾਂ। ਜਿਹੜੇ ਲੋਕ ਆਦਤਾਂ ਨਹੀਂ ਤੋੜਦੇਗੇ, ਹਰ ਚੀਜ਼ ਤੁਹਾਡੀ ਆਦਤ 'ਤੇ ਟਿਕੀ ਹੋਈ। ਮੈਂ ਕਈ ਵਾਰ ਕਾਉਂਸਲਿੰਗ ਵੀ ਕਰਦੀ ਹਾਂ ਨਾ, ਤਾਂ ਕਈ ਵਾਰ ਹਸਬੈਂਡ ਵਾਈਫ ਜਾਂ ਬੱਚੇ ਦੀ ਜਾਂ ਤੇ ਮਦਰਸ ਜਾਂ ਫਾਦਰਸ ਵੀ ਕਈ ਵਾਰ ਕਹਿ ਦਿੰਦੇ ਕਿ ਮੱਲੋ ਮੱਲੀ ਇਹ ਚੀਜ਼ ਕਹਿ ਹੋ ਜਾਂਦੀ ਹੈ, ਇਹ ਕਿਵੇਂ ਰੋਕੀ ਹੀ ਨਹੀਂ ਸਕਦੀ ਕਿ ਆਦਤ ਬਣੀ ਵੀ ਆ, ਰਾਈਟ। ਕਈ ਵਾਰ ਝਿੜਕ ਕੇ ਆਪਣੇ ਬੱਚੇ ਨੂੰ ਕੋਈ ਚੀਜ਼ ਕਹਿਣੀ, ਆਦਤ ਬਣੀ ਵੀ, ਕਿਉਂਕਿ ਉਹਨਾਂ ਨੂੰ ਵੀ ਕੋਈ ਝਿੜਕਦਾ ਸੀ, ਆਦਤ ਬਣੀ ਵੀ ਆ। ਸੋ ਸਾਰੀ ਜਿਹੜੀ ਸਾਡੀ ਜੰਗ ਆ, ਇੱਕ ਮਾਨਸਿਕ ਆਮ, ਮੈਂ ਤੁਸੀਂ ਦੇਖੋ ਕਿ ਕਈ ਵਾਰ ਤੁਸੀਂ ਫੂਡ ਵੀ ਫੋਰ ਐਗਜ਼ਾਮਪਲ ਤੁਹਾਡੇ ਸਾਹਮਣੇ ਪਿਆ ਹੁੰਦਾ ਵਾ, ਜਿਹੜਾ ਫੂਡ ਤੁਹਾਨੂੰ ਬਹੁਤ ਚੰਗਾ ਲੱਗਦਾ, ਤੁਸੀਂ ਕਿਸੇ ਦੇ ਘਰੇ ਗਏ ਹੋ ਜਾਂ ਤੁਸੀਂ ਕਿਸੇ ਰੈਸਟੋਰੈਂਟ 'ਚ ਗਏ ਹੋ, ਪਰ ਤੁਸੀਂ ਉਹ ਖਾ ਨਹੀਂ ਸਕਦੇਗੇ। ਬੜੀ ਵੱਡੀ ਮਾਨਸਿਕ ਜੰਗ ਆ। ਮੈਂ ਉਹ ਮਹਿਸੂਸ ਕੀਤਾ, ਬੜੀ ਵੱਡੀ ਮਾਨਸਿਕ ਜੰਗ ਆ ਉਸ ਫੂਡ ਨੂੰ ਦੇਖ ਕੇ, ਸਿਰਫ ਉਹਨੂੰ ਤੱਕਣਾ ਤੇ ਉਹਨੂੰ ਖਾਣਾ। ਇੱਕ ਜੰਗ ਆ, ਇਹ ਮਾਨਸਿਕ ਜੰਗ ਆ, ਆਦਤ ਦੀ ਜੰਗ ਆ। ਕਿਉਂਕਿ ਆਦਤ ਸੀਗੀ ਕਿ ਜਦੋਂ ਵੀ ਕੋਈ ਚੀਜ਼ ਜਿਹੜੀ ਤੁਹਾਨੂੰ ਚੰਗੀ ਲੱਗਦੀ ਸੀ, ਤੁਸੀਂ ਆਰਡਰ ਕਰਦੇ ਸੀਗੇ ਤਾਂ ਤੁਹਾਡੇ ਉਹ ਤੁਹਾਡੇ ਟੇਬਲ 'ਤੇ ਆ ਜਾਂਦੀ ਸੀ ਅਤੇ ਤੁਸੀਂ ਖਾਂਦੇ ਸੀ। ਹੁਣ ਤੁਸੀਂ ਉਹ ਤੁਹਾਡੇ ਨਾਲ ਦਾ ਇਨਸਾਨ ਆ, ਤੁਹਾਡੇ ਨਾਲ ਦਾ ਇਨਸਾਨ ਖਾ ਰਿਹਾ ਵਾ, ਤੁਹਾਡੇ ਫਰੈਂਡਸ ਖਾ ਰਹੇ, ਪਰ ਤੁਸੀਂ ਨਹੀਂ ਖਾ ਸਕਦੇ। ਐਂਡ ਆਪਦੀ ਮਾਨਸਿਕਤਾ 'ਤੇ ਜੰਗ ਆ, ਕਿਉਂਕਿ ਜੀ ਕਰਦਾ ਕਿ ਉਹ ਚੀਜ਼ ਖਾ ਲਈਏ, ਇਟਸ ਓਕੇ, ਜੋ ਵੀ ਬਾਡੀ ਨੂੰ ਹੁੰਦਾ, ਜੋ ਵੀ ਪ੍ਰੋਬਲਮ ਹੁੰਦੀ, ਇਟਸ ਓਕੇ, ਹੋ ਜਾਣ ਦਿਓ, ਪਰ ਇਹ ਆਦਤ ਨਹੀਂ ਛੱਡਣੀ। ਸੋ ਇਸੇ ਕਰਕੇ ਅਸੀਂ ਆਦਤਾਂ ਹੀ ਸਾਡੀ ਜ਼ਿੰਦਗੀ ਦਾ ਹਿੱਸਾ, ਸਾਡਾ ਦਿਮਾਗ ਹੀ ਆਦਤ ਆ। ਤੁਸੀਂ ਦੇਖ ਲਓ, ਤੁਸੀਂ ਕੰਮ 'ਤੇ ਵੀ ਜਾਂਦੇ ਹੋ, ਸਾਨੂੰ ਆਦਤ ਪੈ ਜਾਂਦੀ ਇੱਕ ਰਾਹ ਦੀ। ਥੈਂਕ ਯੂ ਐਵਰੀਵਨ। ਹਾਂਜੀ, ਤੁਸੀਂ ਜੇ ਕੋਈ ਕੁਐਸਚਨ ਪੁੱਛਣਾ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਹੋ। ਐਂਡ ਇਹ ਵੀ ਲਿਖ ਸਕਦੇ ਹੋ ਕਿ ਤੁਸੀਂ 2020 ਤੋਂ ਕੀ ਸਿੱਖਿਆ, ਤੁਹਾਡੀ ਸਿੱਖਿਆ ਕੀ ਰਹੀ। ਆਈ ਥਿੰਕ ਦਿਸ ਇਜ਼ ਰੀਲੀ ਗੁੱਡ ਬਿਕਾਜ਼ ਤੁਹਾਨੂੰ ਆਪਣੇ ਆਪ ਦੇ ਵਿੱਚ ਸਾਡੀ ਆਪ ਦੀ ਪਰਸਨਲ ਲਰਨਿੰਗ ਕੀ ਆ, ਉਹ ਵੱਖਰੀ ਲੋਕਾਂ ਤੋਂ ਵੱਖਰੀ ਹੋਊਗੀ। ਸੋ ਜੀ ਹਾਂ, ਜਿਵੇਂ ਅਸੀਂ ਕੰਮ 'ਤੇ ਵੀ ਜਾਣ ਲੱਗ ਜਾਂਦੇ ਹਾਂ, ਸਾਡੀ ਆਦਤ ਬਣ ਜਾਂਦੀ ਇੱਕ ਰਾਹ ਦੀ। ਐਂਡ ਜਦੋਂ ਅਸੀਂ ਕੰਮ 'ਤੇ, ਤੁਸੀਂ ਆਮ ਕਈ ਵਾਰ ਵੇਖਿਆ ਹੋਗਾ, ਮੈਂ ਵੇਖਿਆ ਕਈ ਵਾਰ ਹਾਈਵੇ 'ਤੇ ਕੋਈ ਕੰਮ ਚੱਲ ਰਿਹਾ ਵਾ ਅਤੇ ਉਹ ਤੁਹਾਨੂੰ ਸ਼ੋਅ ਕਰ ਦਿੰਦੇ ਕਿ ਡੀਟੂਰ ਕਰੋ ਜਾਂ ਕਿਸੇ ਹੋਰ ਰਾਹ ਦੇ ਵਿੱਚ ਦੀ ਜਾਵੋ ਇੱਧਰ ਦੇ, ਅਤੇ ਬੜੀ ਫਰਸਟ੍ਰੇਸ਼ਨ ਹੁੰਦੀ ਹੈ, ਬੜੀ ਡਿਸਅਪੋਇੰਟਮੈਂਟ ਹੁੰਦੀ ਹੈ ਕਿ ਮੈਂ ਰਾਹ ਦੇ ਵਿੱਚ ਆਰਾਮ ਨਾਲ ਚਲੇ ਜਾਣਾ ਸੀ, ਜਿਹੜੇ 'ਚ ਮੈਂ ਜਾਂਦੇ ਹੁਣ ਮੈਨੂੰ ਹੋਰ ਵੱਖਰਾ ਰਾਹ ਲੈਣਾ ਪੈਣਾ, ਅਤੇ ਜਿਹੜਾ ਮੈਨੂੰ ਪਤਾ ਵੀ ਨਹੀਂ ਵੀ ਉਹ ਪਤਾ ਨਹੀਂ ਐਂਡ ਤੱਕ ਮੇਰੇ ਮੇਰੀ ਹੋਲ ਸਟਰਕਚਰ ਦੇ ਵਿੱਚ ਮੈਨੂੰ ਮੇਰੇ ਰੂਟੀਨ ਦੇ ਵਿੱਚ, ਐਗਜ਼ੈਕਟਲੀ ਰੂਟੀਨ ਕੀ ਹੈ, ਰੂਟੀਨ ਵੀ ਆਦਤ ਆ। ਸੁਬਾਹ ਤੋਂ ਲੈ ਕੇ ਅਸੀਂ ਸ਼ਾਮ ਤੱਕ ਰੋਜ਼ ਕਰਦੇ ਹਾਂ, ਰੂਟੀਨ ਕੀ ਹੈ, ਉਹ ਵੀ ਆਦਤ ਆ। ਐਂਡ ਜਦੋਂ ਡਿਸਟਰਬ ਹੁੰਦਾ, ਸੋ 2020 ਨੇ ਸਾਨੂੰ ਇਹ ਸਿਖਾਇਆ ਕਿ ਆਦਤ ਤੋੜਨੀ ਕਿੰਨੀ ਜ਼ਰੂਰੀ ਆ, ਅਪਡੇਟਡ ਆਉਣ ਵਾਲੀ ਜ਼ਿੰਦਗੀ ਦੇ ਨਾਲ। ਐਂਡ ਹਰ ਚੀਜ਼ ਤੁਸੀਂ ਦੇਖ ਲਓ ਕਿ ਜਦੋਂ ਸਾਡਾ ਵਿਆਹ ਹੁੰਦਾ, ਸਾਨੂੰ ਆਦਤਾਂ ਤੋੜਨੀਆਂ ਪੈਂਦੀਆਂ, ਪਰ ਅਸੀਂ ਨਹੀਂ ਤੋੜਦੇ, ਅਸੀਂ ਉਹੀ ਚੀਜ਼ ਕੰਟੀਨਿਊ ਰੱਖਦੇ ਹਾਂ। ਐਂਡ ਸਾਡੀ ਲਾਈਫ ਦੇ ਵਿੱਚ ਬੱਚਾ ਹੁੰਦਾ ਵਾ, ਅਸੀਂ ਬੱਚਾ ਹੁੰਦਾ ਅਤੇ ਅਸੀਂ ਆਦਤਾਂ ਆਪਦੀਆਂ ਨਹੀਂ ਕਰਨਾ ਮੰਗਦੇ। ਬਹੁਤ ਕਾਉਂਸਲਿੰਗ ਮੈਂ ਕੀਤੀ ਹੈ ਜਿੱਥੇ ਮਦਰ ਇਨ ਲਾ, ਇੱਕ ਨੋ ਜਾਂ ਇੱਕ ਡਾਟਰ ਇਨ ਲਾ ਐਂਡ ਮਦਰ ਇਨ ਲਾ
ਉਹ ਵੀ ਆਦਤਾਂ ਨਹੀਂ ਬਦਲਦੇ ਕਿਉਂਕਿ ਉਹ ਆਪਣੀਆਂ ਆਦਤਾਂ ਤੇ ਸਟਕ ਹੁੰਦੀ ਬਿਕਾਜ਼ ਜਿੱਥੋਂ ਉਹ ਆਈ ਹੁੰਦੀ ਆ, ਐਂਡ ਇੱਕ ਮਦਰ ਨਾਲ ਆਪਦੀਆਂ ਆਦਤਾਂ ਤੋਂ ਸਟਕ ਹੁੰਦੀ ਜਿੱਥੇ ਉਹ ਆਈ ਹੁੰਦੀ। ਸੋ ਦੋਨੇ ਹੀ ਆਪਦੀਆਂ ਆਦਤਾਂ ਤੋਂ ਮਜਬੂਰ ਹੁੰਦੇ ਆ, ਐਂਡ ਕਿਸੇ ਦੂਸਰੇ ਦੀ ਆਦਤ ਨੂੰ ਅਕੋਮੋਡੇਟ ਕਰਨਾ ਬੜਾ ਔਖਾ ਹੋ ਜਾਂਦਾ। ਸੋ ਜੀ ਹਾਂ, ਪਹਿਲਾਂ ਆਪਣੇ ਆਪ ਦੇ ਵਿੱਚ ਸਾਲ ਨੇ ਸਾਨੂੰ ਇਹ ਦਿਖਾਇਆ ਕਿ ਸਾਡੇ 'ਚ ਕੀ ਆਦਤਾਂ ਵਾ। ਐਂਡ ਕਈ ਵਾਰ ਮੈਂ ਆਪਣੀ ਲਾਈਫ ਦੇ ਵਿੱਚ ਵੀ ਐਕਸਪੀਰੀਅੰਸ ਕੀਤਾ, ਐਂਡ ਤੁਸੀਂ ਵੀ ਵੇਖਿਆ ਹੋਊਗਾ ਕਿ ਜਦੋਂ ਅਸੀਂ ਆਪਣੇ ਹਸਬੈਂਡ ਵਾਈਫ ਜਾਂ ਕਿਸੇ ਵੀ ਆਪਦੇ ਲਵਡ ਵਨਸ ਨਾਲ ਇੱਕ ਘਰ ਦੇ ਵਿੱਚ ਇੱਕ ਲੋਕਡਾਊਨ ਦੀ ਸਿਚੁਏਸ਼ਨ 'ਚ ਰਹਿੰਦੇ ਹਾਂ, ਸਾਨੂੰ ਪਤਾ ਲੱਗ ਸਾਡੇ ਅੰਦਰ ਦੀਆਂ ਫਰਸਟ੍ਰੇਸ਼ਨਸ ਕੀ ਆ। ਸਾਨੂੰ ਕਿਚਨ 'ਚ ਜਾਣਾ ਗੁੱਸਾ ਚੜ ਜਾਂਦਾ ਵਾ ਸਡਨਲੀ। ਮੈਂ ਰਿਅਲਾਈਜ਼ ਕੀਤਾ ਕਿ ਕਾਫੀ ਔਖਾ ਮੇਰੇ ਵਰਗੇ ਇਨਸਾਨ ਨਾਲ ਵੀ ਰਹਿਣਾ, ਬਿਕਾਜ਼ ਆਲਦੋ ਤੁਸੀਂ ਕਿਉਂਕਿ ਤੁਹਾਡੇ ਕੋਲ ਟਾਈਮ ਹੀ ਉਨਾ ਕੁ ਹੁੰਦਾ, ਅਤੇ ਤੁਹਾਡੀ ਸ਼ਾਇਦ ਘੱਟ ਇੰਟਰੈਕਸ਼ਨ ਹੁੰਦੀ, ਤੁਹਾਡੀ ਲੜਾਈ ਵੀ ਘੱਟ ਹੁੰਦੀ ਆ। ਪਰ ਜਦੋਂ ਤੁਸੀਂ ਇੱਕ ਘਰ ਦੇ ਇੱਕ ਲੋਕਡਾਊਨ ਦੇ ਵਿੱਚ ਰਹਿੰਦੇ ਹੋ, ਤੁਸੀਂ ਆਪਦੀਆਂ ਆਦਤਾਂ ਨੂੰ ਪਛਾਣਦੇ ਹੋ ਵੀ ਕਿਹੜੀ ਕਿਹੜੀ ਚੀਜ਼ 'ਤੇ ਮੈਨੂੰ ਫਰਸਟ੍ਰੇਸ਼ਨ ਹੁੰਦੀ ਆ ਐਂਡ ਕਿਹੜੀ। ਸੋ ਇਹ ਸਾਲ ਨੇ ਸਾਨੂੰ, ਜੇ ਅਸੀਂ ਇਸ ਸਾਲ ਤੋਂ ਕੁਝ ਹੋਰ ਨਾ ਸਿੱਖ ਕੇ ਜਾਈਏ ਤਾਂ ਇਹ ਜ਼ਰੂਰ ਸਿੱਖ ਕੇ ਜਾਈਏ ਕਿ ਆਦਤਾਂ ਤੋੜਨਾ ਜ਼ਿੰਦਗੀ ਦਾ ਦਸਤੂਰ ਆ। ਆਦਤਾਂ ਤੋੜਨ ਨਾਲ ਸਾਡੀ ਜ਼ਿੰਦਗੀ ਬੈਟਰ ਹੁੰਦੀ ਆ। ਅਫਕੋਰਸ ਜੇ ਤੁਹਾਡੇ 'ਚ ਚੰਗੀ ਆਦਤ ਆ ਐਂਡ ਜਿਹੜੀ ਕਿ ਤੁਹਾਡੀ ਲਾਈਫ ਵਧੀਆ ਬਣਾ ਰਹੀ ਆ, ਐਂਡ ਦੈਟਸ ਓਕੇ, ਤੁਹਾਨੂੰ ਕੋਈ ਉਹਦਾ ਨੈਗੇਟਿਵ ਕੌਨਸੀਕੁਐਂਸਿਸ ਨਹੀਂ ਆ ਰਿਹਾ, ਤੁਹਾਡੇ ਰਿਸ਼ਤੇ ਬੈਟਰ ਬਣ ਰਹੇ ਆ, ਜ਼ਰੂਰ ਉਸ ਆਦਤ ਨੂੰ ਰੱਖੋ। ਪਰ ਆਲਸੋ ਜ਼ਿੰਦਗੀ ਦਾ ਇਹ ਦਸਤੂਰ ਆ ਕਿ ਅਸੀਂ ਬਦਲਦੇ ਵਕਤ ਨਾਲ, ਤੁਸੀਂ ਦੇਖੋ ਕਿ ਇੱਕ ਇਨਸਾਨ ਆ ਜਿਹੜਾ ਜਦੋਂ ਉਹਨਾਂ ਦੇ ਬੱਚੇ ਨਹੀਂ ਹੁੰਦੇ ਉਹ ਡਿਫਰੈਂਟ ਹੁੰਦਾ, ਉਹਨਾਂ ਦੀ ਡਿਫਰੈਂਟ ਆਦਤਾਂ ਹੁੰਦੀਆਂ, ਪਰ ਫਿਰ ਇੱਕ ਜਦੋਂ ਬੱਚਾ ਹੋ ਜਾਂਦਾ ਤਾਂ ਉਹਨਾਂ ਦੀਆਂ ਆਦਤਾਂ ਨੂੰ ਬਦਲਣਾ ਪੈਂਦਾ ਉਹ ਅਕੋਮੋਡੇਟ ਕਰਨ ਵਾਸਤੇ ਬੱਚੇ, ਬਿਕਾਜ਼ ਉਹਨਾਂ ਦਾ ਰੋਲ ਡਿਫਰੈਂਟ ਹੋ ਗਿਆ। ਪਰ ਨਹੀਂ, ਸਾਨੂੰ ਬੱਚਾ ਤਾਂ ਸਾਡੇ ਕੋਲ ਆ ਜਾਂਦਾ, ਪਰ ਸਾਡੀਆਂ ਆਦਤਾਂ, ਦਿਮਾਗ ਵਾਲੀਆਂ ਸਿਚੁਏਸ਼ਨ ਸਾਡੀਆਂ ਫਿਰ ਵੀ ਉਹੀ ਰਹਿੰਦੀਆਂ ਵਾ। ਸੋ ਅਸੀਂ ਇਹ ਦੇਖਣਾ ਵਾ ਕਿ ਸਾਡੀਆਂ ਆਦਤਾਂ 2020 ਨੇ ਕਿਵੇਂ ਤੋੜੀਆਂ ਐਂਡ ਇਹ ਇੱਕ ਬਲੈਸਿੰਗ ਆ। ਉਹ ਚੀਜ਼ਾਂ ਕਈ ਵਾਰ ਬਹੁਤ ਮੇਰੇ ਕੋਲ ਕਪਲਸ ਆਏ ਜਿਨ੍ਹਾਂ ਦੇ ਰਿਸ਼ਤੇ ਦੇ ਵਿੱਚ ਜਿਹੜੀਆਂ ਆਦਤਾਂ ਲੰਮੇ ਸਮੇਂ ਤੋਂ ਚੱਲ ਰਹੀਆਂ ਸੀ, ਐਂਡ ਹੁਣ ਉਹਨਾਂ ਨੇ ਜ਼ਿਆਦਾ ਟਾਈਮ ਇੱਕ ਦੂਜੇ ਨਾਲ ਸਪੈਂਡ ਕੀਤਾ, ਐਂਡ ਉਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਸਾਨੂੰ ਕਾਉਂਸਲਿੰਗ ਦੀ ਲੋੜ ਆ, ਬਿਕਾਜ਼ ਉਹਨਾਂ ਨੇ ਆਦਤਾਂ ਪਛਾਣੀਆਂ ਵੀ ਇਸ ਦੋਨਾਂ ਆਦਤਾਂ ਦੇ ਨਾਲ ਤਾਂ ਰਹਿਣਾ ਹੀ ਬਹੁਤ ਔਖਾ ਹੋ ਗਿਆ। ਸੋ ਆਪਦੀ ਆਦਤ ਨੂੰ, ਐਂਡ ਟਾਈਮ ਪਏ ਤੇ ਆਦਤਾਂ ਸਾਨੂੰ ਤੋੜਨੀਆਂ ਵੀ ਪੈਣੀਆਂ। ਔਖੀਆਂ ਵਾ, ਜ਼ਰੂਰ ਔਖੀਆਂ ਵਾ। ਤੁਸੀਂ ਆਮ ਦੇਖੋ ਵੀ ਕੋਈ ਵੀ ਚੀਜ਼ ਤੁਸੀਂ ਆਪਦੀ ਆਦਤ ਬੱਚਿਆਂ ਦੀ ਲੈ ਕੇ ਦੇਖ ਲਓ, ਆਪਾਂ ਕਦੇ ਬੱਚਿਆਂ ਨੂੰ ਝਿੜਕਦੇ ਹਾਂ ਵੀ ਆਦਤ ਬਦਲ ਲਓ। ਜੇ ਬੱਚਾ ਝੂਠ ਬੋਲਦਾ ਆਪਾਂ ਕਹਿੰਦੇ ਸੱਚ ਬੋਲਣ ਲੱਗ ਜਾ। ਸੌਖੀ ਜੀ ਨਹੀਂ ਹੈਗੀ ਇਹ ਖੇਲ, ਇਹ ਆਦਤ ਆ, ਬਿਕਾਜ਼ ਜੇ ਆਦਤ ਪੈ ਗਈ ਆ। ਐਂਡ ਨੋਰਮਲੀ ਤੁਸੀਂ ਆਮ ਦੇਖੋ ਕਈ ਵਾਰ ਉਹ ਸੌਂਦੇ ਆ ਜਾਂ ਉਹ ਸਲੀਪ ਕਰਦੇ ਆ, ਉਹ ਕਈ ਬੱਚੇ ਬਹੁਤ ਕੁਆਇਟ 'ਚ ਸਲੀਪ ਕਰਦੇ, ਕਈ ਬੱਚੇ ਬਹੁਤ ਰੌਲੇ 'ਚ ਸਲੀਪ ਕਰਦੇ। ਕੀ ਆਦਤ ਪੈ ਗਈ ਆ, ਐਂਡ ਆਦਤ ਤੋਂ ਬਿਨਾਂ ਜਦੋਂ ਤੁਸੀਂ ਉਹਨਾਂ ਨੂੰ ਆਊਟਸਾਈਡ ਉਸ ਆਦਤ ਤੋਂ ਪਾਸੇ ਹੋ ਕੇ ਕਰੋਗੇ ਤਾਂ ਉਹਨਾਂ ਨੂੰ ਨੀਂਦ ਵੀ ਨਹੀਂ ਆਊਗੀ, ਕਿਉਂਕਿ ਉਹਨਾਂ ਦਾ ਸਾਡਾ ਦਿਮਾਗ, ਅਸੀਂ ਇੱਕ ਅਡਿਕਟਿਵ ਬੀਇੰਗਸ ਆ, ਵਿਚ ਮੀਨ ਸਾਡੀਆਂ ਆਦਤਾਂ ਦੇ ਅਸੀਂ ਆਦੀ ਹੋ ਜਾਂਦੇ ਹਾਂ। ਐਂਡ ਜਦੋਂ ਅਸੀਂ ਆਦਤਾਂ ਤੋੜਦੇ ਹਾਂ, ਅਸੀਂ ਉਨਾ ਹੀ ਬੱਚਿਆਂ ਵਾਂਗੂ ਹਾਂ ਜਿਹੜੇ ਛੋਟੇ ਬੱਚੇ ਨੂੰ ਜਦ ਤੁਸੀਂ ਰੋਜ਼ ਕਿਸੇ ਵੀ ਤਰ੍ਹਾਂ ਰੋਜ਼ ਉਹਨੂੰ ਚਾਕਲੇਟ ਦਿੰਦੇ ਆ ਅਤੇ ਇੱਕ ਦਿਨ ਨਹੀਂ ਦਿੰਦੇ ਤਾਂ ਅਫਕੋਰਸ ਉਹ ਸਟ੍ਰੈਸ ਹੋਊਗਾ, ਅਫਕੋਰਸ ਉਹ ਫਰਸਟ੍ਰੇਟ ਹੋਊਗਾ, ਅਫਕੋਰਸ ਉਹ ਚੱਕ ਕੇ। ਐਂਡ ਇਵੇਂ 2020 ਨੇ ਸਾਨੂੰ ਕੀਤਾ, ਉਹਨੇ ਵੀ ਸਾਨੂੰ, ਅਸੀਂ ਫਰਸਟ੍ਰੇਟਡ ਹੋਏ, ਉਹਨੇ ਸਾਨੂੰ ਡਿਸਅਪੋਇੰਟਮੈਂਟ ਕੀਤਾ, ਸਾਡਾ ਰੂਟੀਨ ਸੁੱਟਿਆ, ਸਾਡਾ ਗੁੱਸਾ ਚੜਿਆ ਕਿ ਅਸੀਂ ਮਿਲ ਕਿਉਂ ਨਹੀਂ ਸਕਦੇ। ਪਰ ਇਹ ਬੜਾ ਜ਼ਰੂਰੀ ਕਿ ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਸਾਡੀ ਆਦਤ ਟੁੱਟਣਾ ਇੱਕ ਚੰਗੀ ਚੀਜ਼ ਆ, ਔਖੀ ਜ਼ਰੂਰ ਆ ਪਰ ਚੰਗੀ ਚੀਜ਼ ਆ। ਸਾਡੇ ਮਾਂ-ਬਾਪ ਨੇ ਨਹੀਂ ਸਾਨੂੰ ਸਿਖਾਇਆ ਵੀ ਆਦਤਾਂ ਤੈਨੂੰ ਜ਼ਿੰਦਗੀ 'ਤੇ ਤੋੜਨੀਆਂ ਪੈਣਗੀਆਂ, ਜਿਵੇਂ ਤੇਰੀ ਲਾਈਫ ਵਧੂਗੀ ਤੈਨੂੰ ਤੋੜਨੀਆਂ ਪੈਣਗੀਆਂ ਕਈ ਆਦਤਾਂ ਜਿਹੜੀਆਂ ਤੈਨੂੰ ਮੈਂ ਸਿਖਾਈਆਂ ਜਾਂ ਮੇਰੇ ਇਸ ਘਰ ਦੇ ਵਿੱਚੋਂ ਸਿੱਖੀਆਂ ਵਾ, ਉਹ ਤੇਰੀਆਂ ਆਦਤਾਂ ਗਾਹ ਨਹੀਂ ਕੰਮ ਆਉਣੀਆਂ, ਦੈਨ ਉਹ ਨੈਗੇਟਿਵ ਇੰਪੈਕਟ ਕਰਨਗੀਆਂ। ਸਾਡੇ ਮਾਂ-ਬਾਪ ਨੇ ਨਹੀਂ ਕਿਹਾ, ਉਹਨਾਂ ਨੇ ਸੋਚਿਆ ਕਿ ਸਾਰਾ ਕੁਝ ਵਧੀਆ ਹੀ ਸਿਖਾਇਆ, ਐਂਡ ਇਸ ਕਰਕੇ ਕਿਉਂਕਿ ਉਹ ਨਹੀਂ ਬਦਲਦੇ ਅਤੇ ਅਸੀਂ ਵੀ ਨਹੀਂ, ਸਾਨੂੰ ਵੀ ਔਖ ਹੁੰਦੀ ਬਦਲਦੀ। ਸੋ ਇਹ ਬੜਾ ਜ਼ਰੂਰੀ ਕਿ ਅਸੀਂ ਇੱਕ ਚੀਜ਼ ਦਾ ਇਹ ਸਿੱਖ ਕੇ ਜਾਈਏ। ਦੂਸਰੀ, ਅਸੀਂ ਇੱਕ ਇਹੋ ਜਿਹੀ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਕਲਚਰ ਦੇ ਵਿੱਚ ਰਹਿੰਦੇ ਹਾਂ, ਇੱਕ ਇਹੋ ਜਿਹੇ ਕਲਚਰ ਸਾਡਾ ਕ੍ਰੀਏਟ ਕੀਤਾ ਕਿ ਹਰ ਵਕਤ ਖੁਸ਼ੀ ਹੋਵੇ। ਮੋਸਟ ਆਫ ਦਾ ਟਾਈਮ ਮੇਰੇ ਕੋਲ ਕਈ ਵਾਰ ਪੇਰੈਂਟਸ ਆਉਂਦੇ ਆ ਐਂਡ ਉਹ ਕਹਿੰਦੇ ਕਿ ਮੇਰਾ ਬੱਚਾ, ਮੈਂ ਕਹਿੰਦਾ ਕਦੇ ਦੁਖੀ ਨਾ ਹੋਵੇ। ਇਹ ਤਾਂ ਜ਼ਿੰਦਗੀ ਤੋਂ ਉਲਟ ਗੱਲ ਆ, ਇਹ ਤਾਂ ਹੋ ਹੀ ਨਹੀਂ ਸਕਦਾ। ਦੁਨੀਆ 'ਤੇ ਤੁਸੀਂ ਜਨਮ ਲਵੋ, ਦੁਨੀਆ 'ਤੇ ਤੁਸੀਂ ਆਵੋ ਅਤੇ ਦੁੱਖ ਤੁਹਾਡੇ ਕੋਲ ਦੀ ਨਾ ਆਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਇਹ ਚੀਜ਼ ਦੀ ਤਾਂ ਇਹ ਤਾਂ ਇੱਕ ਝੂਠ ਆ। ਐਂਡ ਅਸੀਂ ਝੂਠੀ ਦੁਨੀਆ 'ਚ ਰਹਿੰਦੇ ਹਾਂ, ਅਸੀਂ ਝੂਠੀ ਸੁਸਾਇਟੀ, ਅਸੀਂ ਝੂਠੇ ਕਲਚਰ 'ਚ ਰਹਿੰਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਦੁੱਖ ਜ਼ਿੰਦਗੀ ਦਾ ਹਿੱਸਾ ਵਾ। ਉਹ ਚਾਹੇ ਅਸੀਂ ਕਿੱਡੇ ਵੀ ਵੱਡੇ ਘਰ 'ਚ ਹੋਈਏ, ਉਹ ਅਸੀਂ ਕਿੱਡੇ ਵੀ ਵੱਡੀ ਕਾਰ ਦੇ ਵਿੱਚ ਹੋਈਏ, ਕਿੱਡੇ ਵੀ ਵਧੀਆ ਪਾਰਟਨਰ ਦੇ ਨਾਲ ਹੋਈਏ, ਕਿੰਨਾ ਵੀ ਵਧੀਆ ਸਾਡਾ ਕਰੀਅਰ ਹੋਵੇ, ਕਿੰਨਾ ਵੀ ਵਧੀਆ ਸਾਡੀ ਜੌਬ ਹੋਵੇ, ਕਿੰਨੇ ਵਧੀਆ, ਉਹ ਦੁੱਖ ਸਾਨੂੰ ਆਉਣਗੇ। ਪਰ ਅਸੀਂ ਜਿਸ ਕਲਚਰ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਾਲਿਆ ਵੀ ਐਵੇਂ ਜਾਂਦਾ ਵੀ ਦੁੱਖ ਨਹੀਂ ਆਉਣੇ ਚਾਹੀਦੇ, ਦੁੱਖ ਤਾਂ ਕਦੇ ਨਹੀਂ ਆਉਣੇ ਚਾਹੀਦੇ। ਐਂਡ ਜਿਹੋ ਜਿਹੀ ਟ੍ਰੇਨਿੰਗ ਅਸੀਂ ਆਪਣੇ ਬੱਚਿਆਂ ਨੂੰ ਦਿੰਦੇ ਹਾਂ, ਅਸੀਂ ਇਹ ਵੀ ਸੋਚਦੇ ਹਾਂ ਕਿ ਦੁੱਖ ਨਹੀਂ ਆਉਣੇ ਚਾਹੀਦੇ। ਐਂਡ ਅਫਕੋਰਸ ਜਦੋਂ ਜਿਹੜੇ ਕਲਚਰ ਦੇ ਮੈਨੂੰ ਇਹ ਸਿਖਾਇਆ ਗਿਆ, ਜਿਸ ਕਲਚਰ ਨੇ ਮੈਨੂੰ ਇਹ ਸਿਖਾਇਆ ਗਿਆ
ਕਿ ਦੁੱਖ ਆਉਣੇ ਨਹੀਂ ਚਾਹੀਦੇ, ਤੇ ਜਦੋਂ ਦੁੱਖ ਆ ਗਿਆ ਅਫਕੋਰਸ ਮੈਂ ਆਊਟ ਆਫ ਪਲੇਸ ਹੋਊਂਗਾ, ਬਿਕਾਜ਼ ਮੈਂ ਤਾਂ ਐਕਸਪੈਕਟ ਹੀ ਨਹੀਂ ਸੀ ਕੀਤਾਗਾ, ਮੈਂ ਤਾਂ ਇਹ ਸੋਚਿਆ ਹੀ ਨਹੀਂ ਸੀਗਾ ਕਿ ਜ਼ਿੰਦਗੀ ਦਾ ਦੁੱਖ ਵੀ ਹਿੱਸਾ ਵਾ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਜਿਹੜੀ ਬਬਲ 'ਚ ਰਹਿੰਦੇ ਹਾਂ ਨਾ, ਇਹਨੂੰ ਅਸੀਂ ਬਬਲ ਕਹਿੰਦੇ ਹਾਂ, ਇਹਨੂੰ ਅਸੀਂ ਗੁਬਾਰੇ ਵਾਂਗੂ ਕਹਿੰਦੇ ਹਾਂ, ਅਸੀਂ ਗੁਬਾਰੇ ਵਾਲੀ ਦੁਨੀਆ 'ਚ ਰਹਿੰਦੇ ਹਾਂ, ਜਿੱਥੇ ਸਾਨੂੰ ਸਾਨੂੰ ਅਹਿਸਾਸ ਨਹੀਂ ਹੁੰਦਾ ਕਿ ਗੁਬਾਰਾ ਕਦੇ ਵੀ ਕਿਸੇ ਵੀ ਸੂਈ ਨਾਲ ਫਟ ਸਕਦਾ ਵਾ। ਪਰ ਅਸੀਂ ਉਸ ਦੁਨੀਆ ਦੇ ਵਿੱਚ, ਉਸ ਗੁਬਾਰੇ ਵਾਲੀ ਦੁਨੀਆ 'ਚ ਬਣਾਈ ਵੀ, ਜਿੱਥੇ ਅਸੀਂ ਆਪਦੇ ਆਪ ਨੂੰ ਇਹ ਤਸੱਲੀ ਦਿੰਦੇ ਹਾਂ ਕਿ ਦੁੱਖ ਜ਼ਿੰਦਗੀ ਦਾ ਹਿੱਸਾ ਨਹੀਂ, ਅਸੀਂ ਹਰ ਵਕਤ ਖੁਸ਼ੀਆਂ ਨੇ। ਇਸੇ ਕਰਕੇ ਤਾਂ ਤੁਸੀਂ ਦੇਖੋ ਮਾਰਕੀਟ ਦੇ ਵਿੱਚ ਕਿੰਨੀਆਂ ਬੁੱਕਸ, ਕਿੰਨੀਆਂ ਚੀਜ਼ਾਂ ਸੈਲ ਹੁੰਦੀਆਂ, ਬੀ ਹੈਪੀ, ਬੀ ਹੈਪੀ ਆਲ ਦ ਟਾਈਮ, ਬੀ ਪੋਜ਼ੀਟਿਵ ਆਲ ਦ ਟਾਈਮ, ਇਹ ਚੀਜ਼ਾਂ ਹੁੰਦੀਆਂ। ਐਂਡ ਕਈ ਵਾਰ ਮੈਂ ਵੀ ਵੇਖਿਆ ਵਾ, ਮੈਂ ਆਪ ਵੀ ਜਦੋਂ ਕਈ ਵਾਰ ਕੋਈ ਦੁਖੀ ਹੁੰਦਾ, ਮੈਨੂੰ ਇੱਦਾਂ ਹੁੰਦਾ ਕਿ ਛੇਤੀ ਉਹਦਾ ਦੁੱਖ ਖਤਮ ਹੋਵੇ, ਕਿਉਂਕਿ ਅਸੀਂ ਆਪਦੀ ਲਾਈਫ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਨਹੀਂ ਸਿਖਾਉਂਦੇ ਕਿ ਦੁੱਖ ਜ਼ਿੰਦਗੀ ਦਾ ਹਿੱਸਾ ਵਾ। ਟਾਈਮ ਟੂ ਟਾਈਮ ਜ਼ਿੰਦਗੀ ਤੇਰੀ 'ਚ ਦੁੱਖ ਆਊਗਾ। ਦੁੱਖ ਆਉਂਦਾ ਕਿਉਂ ਆ? ਕਿਉਂਕਿ ਉਹਨਾਂ ਦੁੱਖਾਂ ਤੋਂ ਤੂੰ ਸਿੱਖ ਕੇ, ਉਹਨਾਂ ਦੁੱਖਾਂ ਤੋਂ ਸਿੱਖ ਕੇ ਤੇਰੇ ਮਨ ਦਾ ਵਿਕਾਸ ਹੋਣਾ। ਹੁਣ ਫੋਰ ਐਗਜ਼ਾਮਪਲ ਤੁਸੀਂ ਕਦੇ ਬੱਚਿਆਂ ਨੂੰ ਅਸੀਂ ਕਈ ਕਾਰ 'ਚ ਐਕਸੀਡੈਂਟ ਹੋ ਜਾਵੇ, ਅਸੀਂ ਨੋਰਮਲ ਸਮਝਦੇ ਹਾਂ ਕਾਰ ਦਾ ਐਕਸੀਡੈਂਟ, ਇਹ ਚੀਜ਼ਾਂ ਤਾਂ ਨੋਰਮਲ ਆ, ਪਰ ਅਸੀਂ ਰੋਜ਼ ਸੁਬਾਹ ਉੱਠ ਕੇ ਸੋਚ ਕੇ ਤਾਂ ਨਹੀਂ ਨਾ ਜਾਂਦੇ ਸਾਡਾ ਐਕਸੀਡੈਂਟ। ਪਰ ਯੈਸ, ਬਾਹਰਲੀ ਦੁਨੀਆ ਦੇ ਵਿੱਚ, ਬਾਹਰਲੇ ਥਾਵਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਸਾਡੇ ਹੱਥ ਵੱਸ ਨਹੀਂ ਹੈਗੀਆਂ, ਇਹਨੂੰ ਵਕਤ ਤੋਂ ਵਕਤ, ਟਾਈਮ ਟੂ ਟਾਈਮ ਹੋਣਗੀਆਂ। ਸੋ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ। ਐਂਡ ਆਈ ਡੋਂਟ ਨੋ ਕਿ ਇਸ ਸਾਲ ਦੇ ਵਿੱਚ ਕਿੰਨਾ ਤੁਸੀਂ ਇੰਟਰੋਗੇਟ ਕਰ ਪਾਏ ਆ ਇਸ ਲੈਸਨ ਨੂੰ ਆਪਣੇ ਬੱਚਿਆਂ ਦੀ ਲਾਈਫ ਦੇ ਵਿੱਚ ਤੇ ਆਪਣੀ, ਕਿਉਂਕਿ ਇੱਕ ਪੈਂਡੈਮਿਕ ਸੀ, ਇਹ ਤੋਂ ਬਾਅਦ ਵੀ ਆਉਣਗੇ। ਹਿਸਟਰੀ ਉਹਨਾਂ ਨੇ ਕਿਹਾ ਵਾ ਕਿ ਪਹਿਲਾਂ ਵੀ ਆਇਆ, ਹੁਣ ਵੀ ਹੈ, ਤੇ ਬਾਅਦ ਵਿੱਚ ਵੀ ਆਉਣਗੇ, ਬਿਕਾਜ਼ ਦੁਨੀਆ ਚੱਲਦੀ ਇਸੇ ਤਰੀਕੇ ਨਾਲ। ਪਰ ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਮੈਸੇਜ ਦਿੰਦੇ ਕਿ ਦੁਨੀਆ ਤੇ ਦੁੱਖ ਨਹੀਂਗਾ, ਤੇ ਉਹ ਇੱਕ ਆਪਦੀ ਬੜੀ ਝੂਠੀ ਜੀ ਜ਼ਿੰਦਗੀ ਬਚਾਉਣ ਲੱਗ ਜਾਂਦੇ ਆ, ਝੂਠੀ ਜੀ ਜ਼ਿੰਦਗੀ ਜਿਉਣ ਲੱਗ ਜਾਂਦੇ, ਜਿੱਥੇ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਜ਼ਿੰਦਗੀ ਸਿਰਫ ਸੁੱਖਾਂ ਦਾ ਘਰ ਆ। ਪਰ ਜਦ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਜ਼ਿੰਦਗੀ ਸੁੱਖਾਂ ਦਾ ਘਰ ਹੈ ਹੀ ਨਹੀਂ। ਯੈਸ, ਅਫਕੋਰਸ ਉਹਦੇ ਵਿੱਚ ਹੈਪੀਨੈਸਿਸ ਆ, ਪਰ ਉਹਦੇ ਵਿੱਚ ਆਲਸੋ ਜਿਹੜੇ ਟਾਈਮਸ ਹੋਣਗੇ ਸਟ੍ਰੈਸਫੁਲ ਹੋਣਗੇ, ਸਾਨੂੰ ਫਰਸਟ੍ਰੇਸ਼ਨ ਹੋਣਗੇ, ਸਾਨੂੰ ਡਿਸਅਪੁਆਇੰਟਮੈਂਟ ਹੋਊਗੀ, ਪਰ ਉਹਦੇ ਰਾਹੀਂ ਅਸੀਂ ਲੋਕਾਂ ਨਾਲ ਜੁੜੇ ਰਹਿ ਸਕਦੇ ਹਾਂ। ਉਹਦੇ ਰਾਹੀਂ ਸਾਨੂੰ ਸਪੋਰਟ ਦੀ ਲੋੜ ਆ। ਅਸੀਂ ਇੱਕ ਸਪੋਰਟ ਸਿਸਟਮ, ਇੱਕ ਰਿਸੋਰਸਿਸ ਇਹੋ ਜਿਹੇ ਬਣਾਈਏ ਜਿੱਥੇ ਸਾਡਾ ਬੱਚਾ ਇੱਕ ਦੁੱਖ ਦੇ ਵਕਤ, ਜਾਂ ਅਸੀਂ ਵੀ ਦੁੱਖ ਦੇ ਵਕਤ ਕਿਸੇ ਦੀ ਮਦਦ ਲੈ ਸਕੀਏ, ਇੱਕ ਮਾਨਸਿਕ ਮਦਦ ਵੀ ਲੈ ਸਕੀਏ, ਸਰੀਰਕ ਮਦਦ ਵੀ ਜੇ ਤੁਹਾਨੂੰ ਚਾਹੀਦੀ ਆ। ਐਂਡ ਤੀਸਰਾ, ਆਈ ਥਿੰਕ ਅਸੀਂ ਇਹ ਚੀਜ਼ ਬਹੁਤ ਕਰਦੇ ਹਾਂ ਆਪਦੇ ਆਪ 'ਚ ਕਿ ਸਾਡਾ ਕੰਟਰੋਲ ਆ। ਇਸ 2020 ਨੇ ਸਾਨੂੰ ਦਿਖਾਇਆ ਕਿ ਬਾਹਰਲੀ ਚੀਜ਼ 'ਤੇ ਸਾਡਾ ਕੰਟਰੋਲ ਨਹੀਂ। ਐਂਡ ਮੈਂ ਤੁਹਾਨੂੰ ਦੱਸੂੰਗੀ ਇੱਕ ਚੀਜ਼ 'ਤੇ ਤੁਹਾਡਾ ਕੰਟਰੋਲ ਹੈਗਾ ਵਾ, ਜਿਹੜੀ ਚੀਜ਼ ਨੂੰ ਯੂਜ਼ ਕਰਕੇ ਤੁਸੀਂ ਆਪਦੀ ਲਾਈਫ ਨੂੰ, ਤੁਸੀਂ ਆਪਦੇ ਮਾਨਸਿਕ ਵਿਕਾਸ ਨੂੰ, ਆਪਦੀ ਮਾਨਸਿਕ ਗਰੋਥ ਨੂੰ ਵਧਾ ਸਕਦੇ ਹੋ। ਸੋ ਬਾਹਰਲੀਆਂ ਚੀਜ਼ਾਂ 'ਤੇ ਸਾਡਾ ਕੰਟਰੋਲ ਨਹੀਂ ਹੈਗਾ। ਬਾਹਰਲੀਆਂ ਚੀਜ਼ ਦਾ ਤਾਂ ਓਨਾ ਹੀ ਤੁਹਾਡਾ ਕੰਟਰੋਲ ਆ ਜਿੰਨਾ ਤੁਹਾਡਾ ਮੀਂਹ 'ਤੇ, ਜਿੰਨਾ ਤੁਹਾਡਾ ਸਨੋ 'ਤੇ, ਜਾਂ ਤੁਹਾਡਾ ਧੁੱਪ 'ਤੇ ਤੁਹਾਡਾ ਕੰਟਰੋਲ ਹੈ ਜੀ ਨਹੀਂ। ਪਰ ਤੁਸੀਂ ਇਹ ਡਿਸਾਈਡ, ਤੁਹਾਡਾ ਰਿਸਪੌਂਸ, ਤੁਸੀਂ ਕਿਸ ਨਜ਼ਰੀਏ ਨਾਲ ਉਹਨੂੰ ਦੇਖਦੇ ਹੋ, ਇਹ ਤੁਹਾਡੇ ਹੱਥ ਵੱਸ 'ਚ ਆ। ਇਹ ਤੁਹਾਡੀ ਮਾਨਸਿਕਤਾ ਡਿਸਾਈਡ ਕਰ ਸਕਦੀ ਹੈ। ਫੋਰ ਐਗਜ਼ਾਮਪਲ, ਬਾਹਰ ਧੁੱਪ ਦੇ ਵਿੱਚ ਤੁਸੀਂ ਵਾਕ ਕਰਨੀ ਆ, ਤੁਸੀਂ ਚੇਅਰ ਢਾ ਕੇ ਬਹਿਣੀ ਆ, ਤੁਸੀਂ ਆਪਣੇ ਘਰ ਦੇ ਵਿੱਚ ਬਹਿਣਾ ਵਾ, ਤੁਸੀਂ ਉਸ ਧੁੱਪ ਨੂੰ ਕਿਸ ਨਜ਼ਰੀਏ ਨਾਲ ਦੇਖਣਾ, ਇਹ ਤੁਹਾਡੇ ਹੱਥ ਵੱਸ ਹੈਗਾ। ਐਂਡ ਜਦੋਂ ਅਸੀਂ ਨਜ਼ਰੀਆ ਬਦਲ ਲੈਂਦੇ ਹਾਂ, ਅਤੇ ਜਿਹੜਾ ਬਾਹਰਲਾ ਦਿਨ ਆ ਉਹ ਕੁਦਰਤੀ ਤੌਰ 'ਤੇ ਤੁਹਾਡੇ ਅੰਦਰ ਜਾਂ ਤਾਂ ਇੱਕ ਪੋਜ਼ੀਟਿਵ ਐਨਰਜੀ ਬਣਾਉਂਦਾ ਵਾ, ਜਾਂ ਇੱਕ ਨੈਗੇਟਿਵ ਐਨਰਜੀ ਬਣਾਉਂਦਾ। ਸੋ ਆਪਣੇ ਬੱਚਿਆਂ ਨੂੰ ਕਹਿਣਾ, ਨੋਰਮਲੀ ਜਦੋਂ ਅਸੀਂ ਵੱਡੇ ਵੀ ਹੋ ਰਹੇ ਸੀਗੇ, ਐਂਡ ਮੈਂ ਬਹੁਤ ਆਪਦੇ ਪੇਰੈਂਟਸ ਤੋਂ ਇਹ ਚੀਜ਼ ਸੁਣੀ ਆ, ਐਂਡ ਆਈ ਥਿੰਕ ਬਹੁਤ ਜਣਿਆਂ ਨੇ ਤੁਸੀਂ ਵੀ ਸੁਣੀ ਹੋਊਗੀ। ਸਾਰੇ ਕਲਚਰ ਦਾ ਸਾਨੂੰ ਕੀ ਕਹਿੰਦੇ ਆ, ਤੂੰ ਪੜ੍ਹ ਲਾ ਫਿਰ ਤੂੰ ਖੁਸ਼ ਰਹੇਂਗਾ। ਫਿਰ ਅਸੀਂ ਪੜ੍ਹ ਜਾਂਦੇ, ਫਿਰ ਤੂੰ ਡਿਗਰੀਆਂ ਲੈ ਲਾ ਫਿਰ ਤੂੰ ਖੁਸ਼ ਰਹੇਂਗਾ। ਹਾਂ, ਫਿਰ ਤੇਰੀ ਇੰਨੀ ਪੇਚੈਕ ਆਉਣ ਲੱਗ ਗਈ ਫਿਰ ਤੂੰ ਖੁਸ਼ ਰਹੇਂਗਾ। ਫਿਰ ਉਹ ਵੀ ਉਹਦਾ ਸੋਚਿਆ ਫਿਰ ਵੀ ਨਹੀਂ ਖੁਸ਼ ਹੋਏਗੇ। ਫਿਰ ਸੋਚਦੇ ਕਿ ਵਿਆਹ ਜਦ ਤੇਰਾ ਹੋ ਗਿਆ ਤੂੰ ਖੁਸ਼ ਰਹੇਂਗਾ। ਕਿਉਂਕਿ ਜਿਵੇਂ ਖੁਸ਼ੀ ਵਿਆਹ ਜਾਂ ਡਿਗਰੀਆਂ ਜਾਂ ਖੁਸ਼ੀ ਬਾਹਰ ਆ, ਜੀ ਨਹੀਂ, ਖੁਸ਼ੀ ਇੱਕ ਮਨ ਦੀ ਅਵਸਥਾ ਵਾ। ਐਂਡ ਇਹ ਸਾਨੂੰ ਕੋਈ ਨਹੀਂ ਸਿਖਾਉਂਦਾ ਕਿ ਅਸੀਂ ਮਨ ਦੇ ਤੌਰ 'ਤੇ ਖੁਸ਼ ਕਿਵੇਂ ਰਹਿਣਾ, ਮਾਨਸਿਕਤਾ 'ਤੇ। ਸਾਡੀ ਹਰ ਜਿਹੜੀ ਖੁਸ਼ੀ ਹੈ ਨਾ ਉਹ ਬਾਹਰ ਕਿਸੇ ਚੀਜ਼ 'ਤੇ ਟਿਕਾਈ ਵੀ ਹੈ। ਫਿਰ ਉਹ ਕਹਿੰਦੇ ਵਿਆਹ ਕਰ ਲੈ ਫਿਰ ਤੂੰ ਵਿਆਹ 'ਚ ਖੁਸ਼ੀ ਹੋਊਗਾ। ਜਿਵੇਂ ਕੋਈ ਦੂਸਰਾ ਇਨਸਾਨ ਆ ਕੇ ਸਡਨਲੀ ਤੁਹਾਡੀ ਲਾਈਫ ਦੇ ਵਿੱਚ ਖੁਸ਼ੀਆਂ ਪਾ ਦੂਗਾ। ਅਫਕੋਰਸ ਤੁਹਾਨੂੰ ਇੱਕ ਸਾਲ ਲਈ ਜਿਹੜੇ ਤੁਹਾਡੀ ਮਾਨਸਿਕ ਅਵਸਥਾ ਬਦਲਦੀ ਹੈ, ਪਰ ਉਦੋਂ ਬਾਅਦ ਫਿਰ ਤੁਸੀਂ ਉਸੇ ਬੇਸ ਲਾਈਨ 'ਤੇ ਆ ਜਾਂਦੇ ਹੋ। ਸੋ ਫਿਰ ਤੁਸੀਂ ਉਹ ਕਹਿੰਦੇ ਆ ਕਿ ਤੁਹਾਡੇ ਬੱਚੇ ਹੋ ਜਾਣ, ਤੁਸੀਂ ਉਦੋਂ ਬਾਅਦ ਖੁਸ਼ ਹੋ ਜਾਵਾਂਗੇ। ਫਿਰ ਜਦੋਂ ਇਹ ਬੱਚਿਆਂ ਦੇ ਗਾਂ ਵੱਡੇ ਹੋ ਗਏ ਫਿਰ ਉਦੋਂ ਬਾਅਦ ਖੁਸ਼ ਹੋ ਜਾਵਾਂਗੇ। ਸੋ ਸਾਨੂੰ ਇੱਕ ਸਾਡੀ ਕੰਡੀਸ਼ਨਿੰਗ ਕੀਤੀ ਜਾਂਦੀ ਆ ਦਿਮਾਗ ਦੀ ਕਿ ਤੇਰੀ ਖੁਸ਼ੀ ਦਾ ਕਾਰਨ ਦੂਸਰੇ ਲੋਕ ਬਣਨਗੇ, ਤੇਰੀ ਖੁਸ਼ੀ ਦਾ ਕਾਰਨ ਤੇਰੀ ਜੌਬ ਬਣੂਗੀ, ਤੇਰੀ ਖੁਸ਼ੀ। ਐਂਡ ਮੈਂ ਇਹ ਨਹੀਂ ਕਹਿ ਰਹੀ ਕਿ ਉਹ ਚੀਜ਼ਾਂ ਤੁਸੀਂ ਕਰੋ ਨਾ, ਜ਼ਰੂਰ ਕਰੋ,
ਪਰ ਹਰ ਵਕਤ ਇਸ ਚੀਜ਼ ਨੂੰ ਆਪਣੇ ਦਿਮਾਗ 'ਚ ਰੱਖੋ ਕਿ ਮੇਰੀ ਖੁਸ਼ੀ ਦਾ ਕਾਰਨ ਮੈਂ ਹੀ ਬਣਨਾ ਵਾ। ਆਫ ਕੋਰਸ ਤੁਸੀਂ ਪੜ੍ਹ ਸਕਦੇ ਹੋ, ਆਫ ਕੋਰਸ ਤੁਸੀਂ ਡਿਗਰੀਆਂ ਲੈ ਸਕਦੇ ਹੋ, ਆਫ ਕੋਰਸ ਤੁਸੀਂ ਬਾਹਰ ਜਾ ਕੇ ਕੋਈ ਜੌਬਸ ਵਧੀਆ ਕਰ ਸਕਦੇ ਹੋ, ਤੁਸੀਂ ਪਾਰਟਨਰਸ਼ਿਪ ਕਰ ਸਕਦੇ ਹੋ, ਤੁਸੀਂ ਤੁਹਾਡੇ ਬੱਚੇ ਹੋ ਸਕਦੇ ਆ, ਪਰ ਉਹਦਾ ਮਕਸਦ ਇਹ ਨਹੀਂਗਾ ਕਿ ਉਹ ਤੁਹਾਨੂੰ ਖੁਸ਼ੀਆਂ ਦੇਣਗੇ, ਤੁਹਾਡੇ ਲਈ ਖੁਸ਼ੀਆਂ ਦੇਣ। ਉਹ ਤਾਂ ਇੱਕ ਨਿਊ ਰਿਸਪੌਂਸਿਬਿਲਿਟੀ ਆ ਤੁਹਾਡੀ ਲਾਈਫ ਦੇ ਵਿੱਚ। ਪਰ ਜੇ ਤੁਸੀਂ ਆਪ ਸੋ ਤੁਹਾਡੀ ਖੁਸ਼ੀ ਦਾ ਕਾਰਨ ਤੁਸੀਂ ਕਿਵੇਂ ਬਣਨਾ। ਕਿ ਕਦੇ ਤੁਸੀਂ ਆਪਣੇ ਬਚਪਨ ਦੇ ਵਿੱਚ ਸੁਣਿਆ? ਮੈਂ ਤਾਂ ਨਹੀਂ ਕਦੇ ਸੁਣਿਆ। ਇਸੇ ਕਰਕੇ ਮੈਂ ਦੂਸਰਿਆਂ ਲੋਕਾਂ ਨੂੰ, ਅਸੀਂ ਵੱਡੇ ਹੋ ਕੇ ਰਿਸ਼ਤਿਆਂ ਦੇ ਵਿੱਚ ਸਟਰਗਲ ਕਰਦੇ ਬਲੇ ਕਿਉਂਕਿ ਖੁਸ਼ੀ ਨਹੀਂ ਦਿੰਦੇ। ਸਾਨੂੰ ਤਾਂ ਇਹੀ ਸਿਖਾਇਆ ਗਿਆ ਨਾ ਕਿ ਦੂਸਰਿਆਂ ਤੋਂ ਖੁਸ਼ੀ ਲਵੋ, ਦੂਜੇ ਤੁਹਾਨੂੰ ਖੁਸ਼ ਕਰਨ, ਤੁਹਾਡਾ ਪਾਰਟਨਰ ਹੋਵੇ ਉਹ ਵੀ ਤੁਹਾਨੂੰ ਖੁਸ਼ ਕਰੇ, ਤੁਹਾਡਾ ਬੱਚਾ ਹੋਵੇ ਉਹਨੂੰ ਵੀ ਤੁਹਾਨੂੰ ਖੁਸ਼ੀ ਦੇਣੀ ਚਾਹੀਦੀ ਆ। ਨਿੱਕੇ ਜਿਹੇ ਬੱਚਿਆਂ 'ਤੇ ਵੀ ਤੁਹਾਡੀ ਜਿਹੜੀਆਂ ਚੀਜ਼ਾਂ ਉਹ ਤੁਸੀਂ ਚਾਹੁੰਦੇ ਉਹ ਕਰਨ, ਉਹ ਵੀ ਤੁਹਾਨੂੰ ਖੁਸ਼ੀ ਦੇਵੇ। ਫਿਰ ਤੁਸੀਂ ਮਦਰ ਨਾਲ ਫਾਦਰ ਨਾਲ ਉਹਨਾਂ ਦੇ ਘਰੇ ਜਾਵੋ, ਉਹ ਵੀ ਤੁਹਾਨੂੰ ਖੁਸ਼ੀ ਦਿਓ। ਸਾਨੂੰ ਤਾਂ ਸਿਖਾਇਆ ਗਿਆ ਕਿ ਲੋਕਾਂ 'ਤੇ ਡਿਪੈਂਡ ਹੋਵੋ ਖੁਸ਼ੀ ਲਈ, ਆਪਦੇ ਵਿੱਚ ਤੁਸੀਂ ਖੁਸ਼ੀ ਕਿਵੇਂ ਕਰਨੀ ਇਹ ਨਹੀਂ ਸਾਨੂੰ ਸਿਖਾਇਆ ਗਿਆ, ਕਿਉਂਕਿ ਸਾਨੂੰ ਦੱਸਿਆ ਨਹੀਂ ਗਿਆ ਕਿ ਤੇਰੀ ਖੁਸ਼ੀ ਤਾਂ ਤੇਰੇ ਅੰਦਰ ਆ। ਤੇਰਾ ਜਿਹੜੇ ਮਨ ਦਾ ਵਿਚਾਰ ਆ, ਤੂੰ ਬਾਹਰਲੀ ਚੀਜ਼ ਨੂੰ ਨਰਕ ਤੇ ਸਵਰਗ ਇੱਕ ਮਿੰਟ 'ਚ ਬਣਾ ਸਕਦਾ। ਬਾਹਰ ਮੀਂਹ ਪੈ ਰਿਹਾ, ਬਾਹਰ ਸਨੋ ਪੈ ਰਹੀ ਆ, ਆਫ ਕੋਰਸ ਤੁਸੀਂ ਉਸ ਐਕਸਟਰਨਲ ਚੀਜ਼ ਨੂੰ ਨਹੀਂ ਕਰ ਸਕਦੇ, ਕੰਟਰੋਲ ਨਹੀਂ ਕਰ ਸਕਦੇ। ਅਸੀਂ ਉਸ ਵੈਦਰ ਨੂੰ ਕੰਟਰੋਲ ਨਹੀਂ ਕਰ ਸਕਦੇ। ਲੋਕਾਂ 'ਤੇ ਵੀ ਸਾਡਾ ਉਹਨਾਂ ਕੀ ਕੰਟਰੋਲ ਆ ਜਿੰਨਾ ਕਿ ਸਾਡਾ ਇੱਕ ਬਾਹਰਲੇ ਬਾਹਰਲੇ ਵੈਦਰ 'ਤੇ ਕੰਟਰੋਲ ਆ, ਉਹਨਾਂ ਕੀ ਕੰਟਰੋਲ ਆ ਸਾਡਾ। ਐਂਡ ਇਸੇ ਕਰਕੇ ਅਸੀਂ ਸਫਰ ਕਰਦੇ ਹਾਂ ਰਿਸ਼ਤਿਆਂ ਦੇ ਵਿੱਚ, ਅਸੀਂ ਸਟਰਗਲ ਕਰਦੇ ਹਾਂ, ਬਿਕਾਜ਼ ਜਿਵੇਂ ਅਸੀਂ ਇੱਕ ਬਾਹਰਲੀ ਤਾਪਮਾਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਵੇਂ ਅਸੀਂ ਇਨਸਾਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਐਂਡ ਜਿਹੜਾ ਕਿ ਇਹ ਬੱਚਾ ਵੀ ਤੁਹਾਨੂੰ ਦੱਸ ਸਕਦਾ ਵਾ ਕਿ ਵੈਦਰ 'ਤੇ ਤੁਹਾਡਾ ਕੋਈ ਕੰਟਰੋਲ ਨਹੀਂ। ਐਂਡ ਇਵੇਂ ਹੀ ਦੂਸਰੇ ਲੋਕਾਂ 'ਤੇ ਵੀ ਤੁਹਾਡਾ ਕੋਈ ਕੰਟਰੋਲ ਨਹੀਂ। ਉਹ ਤੁਹਾਨੂੰ ਪਿਆਰ ਦੇ ਸਕਦੇ ਜਾਂ ਪਿਆਰ ਨਹੀਂ ਦੇ ਸਕਦੇ, ਜਾਂ ਤੁਹਾਡੇ ਤਰੀਕੇ ਨਾਲ ਕਰ ਸਕਦੇ ਜਾਂ ਤੁਹਾਡੇ ਨਾਲ ਨਹੀਂ ਕਰ ਸਕਦੇ। ਉਹ ਕਿੰਨੇ ਵੀ ਚੰਗੇ ਹੋਣ, ਪਰ 100% ਉਹ ਤੁਹਾਡੇ ਤਰੀਕਿਆਂ 'ਤੇ ਪੂਰੇ ਨਹੀਂ ਉਤਰ ਸਕਦੇਗੇ। ਸੋ ਜੀ ਹਾਂ, ਸੋ ਇਹ ਚੀਜ਼ ਦਾ ਅਸੀਂ ਵੇਖਣਾ ਕਿ ਸਾਨੂੰ ਆਪਦੀ ਮਾਨਸਿਕ ਸਥਿਤੀ। ਐਂਡ ਆਈ ਥਿੰਕ ਇਹ ਬੜਾ ਜੇ ਅਸੀਂ ਇਸ ਈਅਰ ਦੇ ਵਿੱਚ ਦੇਖੀਏ, ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾ ਸਕਦੇ ਕਿ ਬਾਹਰਲੇ ਕੰਡਿਆਂ ਦੇ ਬਾਵਜੂਦ, ਬਾਹਰਲੀਆਂ ਸਿਚੁਏਸ਼ਨ ਦੇ ਬਾਵਜੂਦ ਆਪਦੇ ਮਨ ਦੀ ਗਰੋਥ ਨੂੰ ਠੀਕ ਕਰਕੇ ਕਿਵੇਂ ਆਪਦੇ ਮਨ 'ਚ ਠੀਕ ਰਹਿਣਾ, ਅਸੀਂ ਇਹ ਸਿਖਾ ਦਿੰਦੇ। ਐਂਡ ਇਹ ਸਾਡੇ ਵਿੱਚੋਂ ਕੋਈ ਵੀ ਸਿੱਖਿਆ ਵੀ ਨਹੀਂ, ਸਾਨੂੰ ਨਹੀਂ ਸਿਖਾਇਆ ਗਿਆ ਗਾ ਜੇ ਬਾਹਰਲੀ ਦੁਨੀਆ 'ਚ ਬੁਰਾ ਹੋ ਰਿਹਾ ਤੇ ਤੇਰੀ ਲਾਈਫ ਵੀ ਬੁਰੀ ਆ। ਜੀ ਨਹੀਂ, ਬਾਹਰਲੀ ਦੁਨੀਆ 'ਚ ਜੋ ਹੋ ਰਿਹਾ, ਕਿਸ ਨਜ਼ਰੀਏ ਨਾਲ ਅਸੀਂ ਦੇਖਦੇ ਹਾਂ, ਕਿਸ ਨਜ਼ਰੀਏ ਨਾਲ ਅਸੀਂ ਉਹਨੂੰ ਤੱਕਦੇ ਹਾਂ, ਇਹ ਚੇਂਜ ਕਰ ਸਕਦਾ ਵਾ। ਸੋ ਅੱਜ ਤੁਸੀਂ 2020 ਦੇ ਵਿੱਚ ਇੱਕ ਮੈਂ ਆਪਣੇ ਆਪ ਨੂੰ ਲੈਟਰ ਲਿਖਿਆ ਵਾ। ਮੈਂ ਆਪਣੇ ਆਪ ਨੂੰ ਥੋੜ੍ਹੀ ਉਹਦੀ ਵਰਜ਼ਨ ਮੈਂ ਆਪਦੀ ਫੇਸਬੁੱਕ 'ਤੇ ਵੀ ਪਾਈ ਸੀ ਕਿ ਇਸ 2020 ਦੇ ਵਿੱਚ ਆਪਦੇ ਆਪ ਨੂੰ ਚਿੱਠੀ ਲਿਖੋ ਐਂਡ ਦੱਸੋ ਕਿ ਤੁਸੀਂ ਇਸ 2020 ਨੇ ਤੁਹਾਨੂੰ ਕੀ ਸਿਖਾ ਕੇ ਭੇਜਿਆ। ਬਿਕਾਜ਼ ਇਹ ਉਸੇ ਸੱਟ ਦੀ ਤਰ੍ਹਾਂ ਵਾ। ਫੋਰ ਐਗਜ਼ਾਮਪਲ, ਜਦੋਂ ਅਸੀਂ ਕਾਰ ਸਿੱਖਦੇ ਹਾਂ, ਜੇ ਅਸੀਂ ਉਸ ਗਲਤੀ ਜਾਂ ਉਸ ਬਾਹਰਲੀ ਚੀਜ਼ ਤੋਂ ਅਸੀਂ ਇਹ ਨਹੀਂ ਸਿੱਖ ਸਕੇ ਕਿ ਨੈਕਸਟ ਟਾਈਮ ਅਸੀਂ ਆਪਦੀ ਲਾਈਫ ਨੂੰ ਬਿਹਤਰ ਕਿਵੇਂ ਬਣਾਉਣਾ, ਅੱਜ ਜਿਹੜਾ ਸਾਡੇ ਨਾਲ 2020 ਦੇ ਵਿੱਚ ਇਹ ਚੀਜ਼ ਹੋਇਆ, ਇਹ ਸਾਨੂੰ ਇੱਕ ਚੰਗੀ ਜ਼ਿੰਦਗੀ ਕਿਵੇਂ ਦੇ ਸਕਦਾ। ਹੋਪਫੁਲੀ ਇਹ ਐਂਡ ਹੋ ਰਿਹਾ ਵਾ। ਹੋਪਫੁਲੀ ਆਉਣ ਵਾਲਾ ਸਾਡਾ 2021 ਸਾਲ ਸਾਨੂੰ ਮੋਰ ਸੋਸ਼ਲ ਕਨੈਕਸ਼ਨਸ ਮਿਲਣਗੇ, ਅਸੀਂ ਲੋਕਾਂ ਨਾਲ ਹੱਥ ਫੜ ਸਕਾਂਗੇ, ਲੋਕਾਂ ਨਾਲ ਫਿਜ਼ੀਕਲੀ ਇੱਕ ਟੱਚ ਮਿਲੂਗੀ ਸਾਨੂੰ। ਐਂਡ ਉਹ ਚੀਜ਼ਾਂ ਸਾਡੀ ਮਾਨਸਿਕਤਾ ਵਾਸਤੇ ਬੜੀਆਂ ਜ਼ਰੂਰੀ ਨੇ। ਸੋ ਆਫਕੋਰਸ ਸਾਨੂੰ ਅਗਲੇ ਸਾਲ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਉਹ, ਪਰ ਇੱਕ ਚਿੱਠੀ ਦੇ ਵਿੱਚ ਲਿਖੋ ਐਂਡ ਆਪਣੇ ਬੱਚਿਆਂ ਨੂੰ ਵੀ ਉਸ ਵਿੱਚ ਕੰਟਰੀਬਿਊਟ ਕਰੋ, ਆਪਣੇ ਪਾਰਟਨਰ ਨੂੰ ਵੀ ਕੰਟਰੀਬਿਊਟ ਕਰੋ ਕਿ ਇਸ ਸਾਲ ਦੇ ਵਿੱਚ ਅਸੀਂ ਆਪਣੇ ਬਾਰੇ ਕੀ ਸਿੱਖਿਆ, ਅਸੀਂ ਆਪਣੇ ਪਰਿਵਾਰ ਬਾਰੇ ਕੀ ਸਿੱਖਿਆ। ਇੱਕ ਚੀਜ਼ ਜਿਹੜੀ ਅਸੀਂ ਸਾਰਿਆਂ ਨੇ ਸਿੱਖੀ ਆ ਕਿ ਜ਼ਿੰਦਗੀ ਅੱਜ ਹੈ, ਕੱਲ੍ਹ ਨਹੀਂ। ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਅਖੀਰ, ਪਰ ਜਿਹੜਾ ਵਕਤ ਸਾਡੇ ਕੋਲ ਹੈ ਅਸੀਂ ਉਹ ਸਭ ਤੋਂ ਬੈਸਟ ਬਣਾ ਸਕਦੇ। ਐਂਡ ਉਹ ਤੁਹਾਡਾ ਬੈਸਟ ਕੀ ਆ? ਕੀ ਉਹ ਤੁਹਾਡਾ ਬੈਸਟ ਹੈ ਕਿ ਜ਼ਿਆਦਾ ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿਣਾ, ਜਾਂ ਆਪਣੇ ਪਾਰਟਨਰ ਨਾਲ ਰਹਿਣਾ, ਜਾਂ ਚੰਗੇ ਰਿਸ਼ਤੇ ਬਣਾਉਣੇ ਆ, ਜਾਂ ਰਿਸ਼ਤੇ ਜਿੱਥੇ ਤੁਹਾਨੂੰ ਆਪਦੇ ਆਪ 'ਚ ਅੰਦਰ ਸ਼ਾਂਤੀ ਮਹਿਸੂਸ ਹੋਵੇ। ਅਸੀਂ ਕੀ ਕਰਨਾ, ਜਾਂ ਅਸੀਂ ਕਿਊਮੂਲੇਟ ਕਰਨੀਆਂ ਬਾਹਰਲੀਆਂ ਚੀਜ਼ਾਂ ਕਿ ਅੱਜ ਸਾਡੇ ਕੋਲ ਅੱਜ ਸਾਡੇ ਕੋਲ ਆਹ ਕਾਰ ਆ, ਫਿਰ ਉਸ ਤੋਂ ਬਾਅਦ ਸਾਡੇ ਕੋਲ ਆਹ ਵੱਡੀ ਕਾਰ ਹੋਊਗੀ। ਜਾਂ ਆਈ ਡੋਂਟ ਨੋ, ਮੈਂ ਨਹੀਂ ਕਹਿ ਰਹੀ ਕਿ ਇੱਕ ਰਾਈਟ ਔਰ ਰੋਂਗ ਆ, ਪਰ ਤੁਸੀਂ ਦੇਖੋ, ਕਿਉਂਕਿ 2020 ਡੈਫੀਨੇਟਲੀ ਮੈਨੂੰ ਇਹ ਸਿਖਾ ਕੇ ਗਿਆ ਕਿ ਜ਼ਿੰਦਗੀ ਦੇ ਵਿੱਚ ਇੱਕ ਠਹਿਰਾਵ ਬੜਾ ਜ਼ਰੂਰੀ ਹੈ। ਕਾਹਲੀ ਆਪਾਂ ਹਰ ਚੀਜ਼ ਨੂੰ ਪ੍ਰੋਡਕਟਿਵਿਟੀ ਹੈ ਨਾ। ਆਈ ਰਿਮੈਂਬਰ ਕਿ ਜੇ ਮੈਂ 5 ਕਲਾਇੰਟ ਦੇਖ ਲਾਂ, ਮੈਨੂੰ ਲੱਗਦਾ 6 ਕਲਾਇੰਟ ਮੈਂ ਦੇਖ ਲਾਂ ਦਿਨ ਦੇ, ਜਾਂ ਮੈਂ 7, ਪਰ ਉਸਨੇ ਮੇਰੀ ਪੇਸ ਸੋ ਲੋ ਕੀਤੀ ਆ।
ਮੈਂ ਆਪਣੇ ਆਪ ਦੇ ਵਿੱਚ ਉਹ ਠਹਿਰਾਵ ਮਹਿਸੂਸ ਕੀਤਾ ਕਿ ਜੋ 2020 ਨੇ ਸਾਨੂੰ ਦਿੱਤਾ, ਅਸੀਂ ਇੰਨੀ ਕਾਹਲੀ ਕਲਚਰ ਦੇ ਵਿੱਚ ਰਹਿ ਰਹੇ ਸੀ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਸਾਲ ਕਿਵੇਂ ਲੰਘ ਰਿਹਾ। ਐਂਡ ਸਪੈਸ਼ਲੀ ਇਹ ਸਾਲ ਸਾਨੂੰ ਥੋੜ੍ਹਾ ਲੱਗਿਆ ਕਿ ਵਾਕਈ ਸਾਲ ਦੇ ਵਿੱਚ ਅਸੀਂ ਬਹੁਤ ਵਕਤ ਇੱਕ ਦੂਜੇ ਨਾਲ ਸਪੈਂਡ ਕੀਤਾ, ਅਸੀਂ ਗੱਲਾਂ ਵੀ ਕੀਤੀਆਂ, ਕਿਉਂਕਿ ਅਸੀਂ ਬਿਜ਼ੀ ਨਹੀਂ ਸੀ, ਕਿਉਂਕਿ ਸਾਨੂੰ ਇਹ ਨਹੀਂ ਸੀਗਾ ਕਿ ਅਸੀਂ ਕਿਸੇ ਆਪਦਾ ਮੇਕਅਪ ਕਰਾਉਣਾ, ਅਸੀਂ ਪਾਰਟੀਆਂ 'ਚ ਬਿਜ਼ੀ ਹਾਂ, ਅਸੀਂ ਭੀੜ 'ਚ ਬਿਜ਼ੀ ਨਹੀਂ ਸੀ, ਪਰ ਅਸੀਂ ਉਹਨਾਂ ਦੇ ਕਨੈਕਸ਼ਨ ਉੱਦਾਂ ਦੇ ਬਣਾਏ, ਜਾਂ 3 ਜਾਂ 4 ਲੋਕਾਂ ਨਾਲ ਅਸੀਂ ਇਕੱਠੇ ਹੋਏ ਜਿੱਥੇ ਲੋਕਾਂ ਨੂੰ ਅਸੀਂ ਮਿਲ ਸਕਦੇ ਸੀ, ਗੱਲਾਂ ਬਾਤਾਂ ਕਰ ਸਕਦੇ ਸੀ। ਆਮ ਤੁਸੀਂ ਦੇਖ ਲਓ ਕਿ ਨੋਰਮਲੀ ਜਦ ਸਾਡੇ ਗੈਦਰਿੰਗਸ ਹੁੰਦੀਆਂ, ਅਸੀਂ 20-25 ਜਣਿਆਂ ਨੂੰ ਆਪਣੇ ਘਰ 'ਚ ਬੁਲਾ ਲੈਂਦੇ ਹਾਂ, ਫਿਰ ਉਹ 20-25 ਜਣਿਆਂ ਦੇ ਵਿੱਚ ਸਾਡੇ ਤੋਂ ਕਿਸੇ ਨੂੰ ਨਹੀਂ ਇਹ ਪੁੱਛਦਾ ਵੀ ਹਾਊ ਆਰ ਯੂ, ਤੁਹਾਡੀ ਲਾਈਫ 'ਚ ਕੀ ਚੱਲ ਰਿਹਾ, ਜਦ ਕਿ ਇੱਕ ਟਰੂ ਕਨੈਕਸ਼ਨ ਦਾ ਮਤਲਬ ਇਹੀ ਹੈ, ਜੇ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਨੂੰ ਬੁਲਾਉਣੇ ਜਾਂ ਤੁਸੀਂ ਕਿਸੇ ਨੂੰ ਕਿਸੇ ਉੱਤੇ ਜਾਂਦੇ ਹੋ, ਕਿ ਅਸੀਂ ਇੱਕ ਦੂਜੇ ਦਾ ਹਾਲ ਪੁੱਛੇ, ਇੱਕ ਦੂਜੇ ਦੀ ਮਾਨਸਿਕ ਅਵਸਥਾ ਪੁੱਛੇ। ਪਰ ਇਹ ਤਾਂ ਟਾਈਮ ਹੀ ਨਹੀਂ ਲੱਗਦਾ, ਪਾਰਟੀਆਂ ਦੇ ਵਿੱਚ ਨੋਰਮਲੀ ਅਸੀਂ ਇਕੱਠੇ ਹੁੰਦੇ ਤਾਂ ਟਾਈਮ ਹੀ ਨਹੀਂ ਲੱਗਦਾ। ਪਰ ਆਈ ਥਿੰਕ 2020 ਨੇ ਸਾਨੂੰ ਸਿਖਾਇਆ ਕਿ ਅਸੀਂ ਛੋਟੇ ਗਰੁੱਪ ਬਣਾ ਕੇ ਕਿਵੇਂ ਇਕੱਠੇ ਹੋ ਸਕਦੇ ਹਾਂ, ਐਂਡ ਉਹਨਾਂ ਗਰੁੱਪਾਂ ਦੇ ਵਿੱਚ ਸਾਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਦਾ, ਸਾਨੂੰ ਇੱਕ ਜ਼ਿੰਦਗੀ ਦੇ ਵਿੱਚ ਆਈ ਐਮ ਡੈਫੀਨਿਟਲੀ ਥੈਂਕ ਯੂ, ਮੈਂ ਉਹ ਲੈ ਕੇ ਜਾ ਰਹੀ ਹਾਂ ਕਿ 15 ਜਾਂ 20 ਲੋਕਾਂ ਨੂੰ ਵਜਾਉਣ ਦੀ ਬਜਾਏ ਮੈਂ 3 ਜਾਂ 4 ਲੋਕਾਂ ਨੂੰ ਆਪਣੇ ਘਰ 'ਚ ਬੁਲਾਵਾਂ, ਐਂਡ 3 ਜਾਂ 4 ਲੋਕਾਂ ਦੀ ਮਾਨਸਿਕ ਅਵਸਥਾ ਦੇ ਨੇੜੇ ਹੋਵਾਂ। ਅਫਕੋਰਸ ਜੇ 3-4 ਲੋਕਾਂ ਨੂੰ ਤੁਸੀਂ ਬਣਾਓਗੇ, ਉਹਨਾਂ ਦੀ ਤੁਹਾਡੀ ਨੇੜਤਾ ਉਹਨਾਂ ਨਾਲ ਇਮੋਸ਼ਨਲ ਨੇੜਤਾ ਵਧੂਗੀ, ਪਰ ਜੇ ਤੁਸੀਂ 25 ਜਾਂ 30 ਲੋਕਾਂ ਨੂੰ ਬਣਾਓਗੇ, ਤੁਹਾਡੀ ਇਮੋਸ਼ਨਲ ਫਿਜ਼ੀਕਲ ਤਾਂ ਸ਼ਾਇਦ ਤੁਸੀਂ ਨੇੜੇ ਹੋ, ਪਰ ਤੁਹਾਡੀ ਇਮੋਸ਼ਨਲ ਨੇੜਤਾ ਨਹੀਂ ਵਧਦੀ। ਸੋ ਆਈ ਹੋਪ, ਪਰ 2020 ਨੂੰ ਇੱਕ ਫਾਲਤੂ ਜਿਹਾ ਸਾਲ ਨਾ ਜਾਣ ਦਿਓ। 2020 ਦੇ ਵਿੱਚ ਇਹ ਚੀਜ਼ਾਂ ਸਿੱਖੋ, ਆਪਣੇ ਬੱਚਿਆਂ ਨਾਲ ਬੈਠ ਕੇ ਇੱਕ ਚਿੱਠੀ ਆਪਦੇ ਆਪ ਨੂੰ ਲਿਖੋ, ਆਪਣੇ ਬੱਚਿਆਂ ਨੂੰ ਇੱਕ ਐਕਟੀਵਿਟੀ ਦਿਓ ਕਿ ਤੁਸੀਂ 2020 ਦੇ ਵਿੱਚ ਕੀ ਚੇਂਜ ਦੇਖਿਆ, ਆਪਣੇ ਘਰ ਦੇ ਵਿੱਚ, ਆਪਣੀ ਫੈਮਿਲੀ ਸਟਰਕਚਰ ਦੇ ਵਿੱਚ ਕੀ ਬਦਲਿਆ, ਵਰਲਡ ਦੇ ਵਿੱਚ ਤੁਹਾਡਾ ਕੀ ਵਿਊ ਆ। ਥਿੰਕ ਅਬਾਊਟ ਇਟ, ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਉਕਸਾਓ ਕਿ ਉਹ ਇਹਨਾਂ ਚੀਜ਼ਾਂ ਬਾਰੇ ਸੋਚਣ, ਅਤੇ ਆਪ ਵੀ ਉਹ ਇੱਕ ਚਿੱਠੀ, ਇੱਕ ਲੈਟਰ ਲਿਖੋ, ਜਿੱਥੇ ਤੁਸੀਂ ਦੇਖੋ ਕਿ 2020 ਨੇ ਕੀ ਮੈਨੂੰ ਆਪਣੀ ਜ਼ਿੰਦਗੀ ਬਾਰੇ ਸਚਾਇਆ। ਕਿਉਂਕਿ 2020 ਨੇ ਸਾਨੂੰ ਉਸ ਜਿਹੜਾ ਅਸੀਂ ਗੁਬਾਰੇ 'ਚ ਰਹਿੰਦੇ ਨਾ, ਉਹਦੇ ਵਿੱਚ ਸੂਈ ਖੋਬੀ ਹੈ, ਸਾਡਾ ਗੁਬਾਰਾ ਫੁੱਟਿਆ ਵਾ। ਕਿਉਂਕਿ ਅਸੀਂ ਤਾਂ ਸੋਚਦੇ ਸੀ ਲਾਈਫ ਇਜ਼ ਆਲ ਅਬਾਊਟ ਪਾਰਟੀਜ਼, ਅਸੀਂ ਸਪਾਸ ਚਲੇ ਜਾਂਦੇ, ਅਸੀਂ ਬਾਹਰ ਚਲੇ ਜਾਂਦੇ ਆਪਦੇ ਆਪ ਨੂੰ ਫਨ ਕਰਨ, ਅਸੀਂ ਮੂਵੀਆਂ ਦੇਖਣ ਚਲੇ ਜਾਂਦੇ, ਅਸੀਂ ਬਾਹਰ ਆਪਦੇ ਆਪ ਨੂੰ ਜੋ ਵੀ ਅਸੀਂ ਖੁਸ਼ੀ ਦੇਣੀ ਅਸੀਂ ਬਾਹਰੋਂ ਲੈਣੀ ਆ। ਪਰ ਅਸੀਂ ਘਰ ਦੇ ਵਿੱਚ ਤਾਂ ਇਹ ਸੋਚਿਆ ਨਹੀਂ ਸੀ ਵੀ ਘਰ ਦੇ ਵਿੱਚ ਵੀ ਸਾਨੂੰ ਖੁਸ਼ੀ ਕ੍ਰੀਏਟ ਕਰਨੀ ਪੈਣੀ, ਘਰ ਦੇ ਇਨਵਾਇਰਮੈਂਟ ਦੇ ਵਿੱਚ ਵੀ ਸਾਨੂੰ ਖੁਸ਼ੀ ਕ੍ਰੀਏਟ ਕਰਨੀ ਪੈਣੀ ਹੈ, ਕਿਉਂਕਿ ਇਹ ਬਹੁਤ ਔਖਾ ਕੰਮ ਆ, ਮੂਵੀ ਦੇਖਣਾ, ਮਾਲ ਦੇ ਵਿੱਚ ਜਾਣਾ। ਸੋ ਐਸ 2020 ਦੇ ਵਿੱਚ ਅਸੀਂ ਸਿੱਖਿਆ ਕਿ ਘਰ ਦਾ ਜਿਹੜਾ ਇਨਵਾਇਰਮੈਂਟ ਆ, ਇੱਥੇ ਵੀ ਅਸੀਂ ਖੁਸ਼ੀ ਕਿਵੇਂ ਕ੍ਰੀਏਟ ਕਰਨੀ, ਇੱਥੇ ਅਸੀਂ ਮਨੋਰੰਜਨ ਕਿਵੇਂ ਕ੍ਰੀਏਟ ਕਰਨਾ, ਇੱਥੇ ਵੀ ਅਸੀਂ ਮਾਨਸਿਕਤਾ ਦਾ ਵਿਕਾਸ ਕਿਵੇਂ ਕਰਨਾ। ਖੁਸ਼ੀ ਸਿਰਫ ਸਾਨੂੰ ਘਰ ਤੋਂ ਬਾਹਰ ਨਹੀਂ ਮਿਲਣੀ ਚਾਹੀਦੀ, ਖੁਸ਼ੀ ਸਾਨੂੰ ਘਰ ਦੇ ਅੰਦਰ ਵੀ ਮਿਲਣੀ ਚਾਹੀਦੀ। ਸ਼ਾਂਤੀ ਸਿਰਫ ਸਾਨੂੰ ਘਰ ਤੋਂ ਬਾਹਰ ਨਹੀਂ ਮਿਲ ਜਾਣੀ। ਮੋਸਟ ਆਫ ਦ ਟਾਈਮ ਜਦੋਂ ਮੇਰੇ ਕੋਲ ਕਲਾਇੰਟ ਵੀ ਆਏ, ਉਹ ਕਹਿੰਦੇ ਘਰੋਂ ਬਾਹਰ ਰਹਿੰਦਾ ਮੈਂ ਬਹੁਤ ਸ਼ਾਂਤ ਰਹਿੰਦਾ ਵਾ, ਪਰ ਜਦੋਂ ਹੀ ਮੈਂ ਘਰੇ ਆ ਜਾਂਦਾ ਮੇਰੀ ਸ਼ਾਂਤੀ ਭੰਗ ਹੋ ਜਾਂਦੀ। ਜੀ ਹਾਂ, ਸਾਡੇ ਸਾਰਿਆਂ ਨਾਲ, ਜਦੋਂ ਸਾਡੀ ਗੱਲਬਾਤ ਹੀ ਨਹੀਂ ਹੁੰਦੀ ਉਦੋਂ ਆਪੇ ਅਸੀਂ ਸ਼ਾਂਤ ਹਾਂ, ਪਰ ਅਸੀਂ ਘਰ ਦੇ ਵਿੱਚ ਵੀ ਸ਼ਾਂਤੀ ਕਿਵੇਂ ਕਰਨੀ, ਸ਼ਾਂਤੀ ਤੇ ਖੁਸ਼ੀ ਲਈ ਅਸੀਂ ਬਾਹਰ ਨਹੀਂ ਭੱਜਣਾ। ਅਫਕੋਰਸ ਤੁਸੀਂ ਉਹ ਚੀਜ਼ਾਂ ਸਾਰੀਆਂ ਕਰ ਸਕਦੇ ਹੋ, ਤੁਸੀਂ ਮੂਵੀਜ਼ ਦੇਖ ਸਕਦੇ ਹੋ ਜਦੋਂ ਵੀ ਰੈਗੂਲੇਸ਼ਨਸ ਲੱਗ ਗਈਆਂ, ਜਾਂ ਤੁਸੀਂ ਆਪਾਂ ਸੇਫ ਹੋਏ, ਪਰ ਤੁਸੀਂ ਘਰ ਦੇ ਵਿੱਚ ਵੀ ਸ਼ਾਂਤੀ ਤੇ ਖੁਸ਼ੀ ਕ੍ਰੀਏਟ ਕਿਵੇਂ ਕਰਨੀ ਹੈ, ਐਂਡ ਉਹਨਾਂ ਨੂੰ ਵੀ ਉਨਾ ਹੀ ਤੁਸੀਂ ਇੱਕ ਵਾਰਮ ਸਪੇਸ ਬਣਾਉਣੀ ਆਪਣੇ ਬੱਚਿਆਂ ਵਾਸਤੇ, ਕਿਉਂਕਿ ਉੱਥੇ ਸਾਰੇ ਅਸੀਂ ਰਹਿੰਦੇ ਹਾਂ। ਸੋ ਆਈ ਹੋਪ 2020 ਸਾਡੇ ਸਾਰਿਆਂ ਲਈ ਕੁਛ ਨਾ ਕੁਛ ਸਾਨੂੰ ਚੰਗਾ ਸਿਖਾ ਕੇ ਗਿਆ। ਸਾਡੀ ਸਿਰਫ ਦਿੱਖ ਆ, ਅਸੀਂ ਆਪਦੀ ਦਿੱਖ ਬਦਲਣੀ, ਆਪਣੇ ਮਾਨਸਿਕ ਵਿਕਾਸ ਬਦਲਣਾ। 2020 ਸਾਡੇ ਇੱਥੇ ਕਿਵੇਂ ਰਵੇ, ਇਹ ਜ਼ਰੂਰੀ ਨਹੀਂ ਕਿ ਬਾਹਰ ਕੀ ਚੀਜ਼ ਹੋਇਆ, ਪਰ ਸਾਡੇ ਦਿਮਾਗ ਦੇ ਵਿੱਚ ਅਸੀਂ ਕਿਹੜੀ ਯਾਦ ਰੱਖਦੇ ਹਾਂ ਉਹਦੀ। 2020 ਦੀ 2000 ਲੋਕੀ ਗਾਂਹ ਵਾਲੇ ਸਾਲਾਂ ਦੇ ਵਿੱਚ 2020 ਦੀ ਗੱਲ ਕਰਨਗੇ ਅਤੇ ਅਸੀਂ ਇਹ ਕਹਾਂਗੇ ਕਿ ਉਹ ਤਾਂ ਬਹੁਤ ਗਲਤ ਸਾਲ ਸੀਗਾ, ਅਸੀਂ ਉਹਦੀ ਬਿਟਰਨੈਸ ਅਤੇ ਉਹਦੀ ਫਰਸਟ੍ਰੇਸ਼ਨ ਚੱਕੀ ਰੱਖਾਂਗੇ, ਜਾਂ ਅਸੀਂ ਕਹਾਂਗੇ ਕਿ ਨਹੀਂ, ਉਹ ਸਾਲ ਦੇ ਵਿੱਚ ਮੈਂ ਕਾਫੀ ਲੋਕਾਂ ਨੂੰ ਇਮੋਸ਼ਨਲੀ ਕਨੈਕਟ ਹੋਇਆ, ਮੈਂ ਥੋੜ੍ਹੇ ਲੋਕਾਂ ਨਾਲ ਕਨੈਕਟ ਹੋਇਆ, ਪਰ ਮੇਰੇ ਰਿਸ਼ਤੇ ਡੂੰਘੇ ਬਣੇ ਉਹਨਾਂ ਸਾਲਾਂ ਦੇ ਵਿੱਚ। ਸੋ ਪਲੀਜ਼ ਇਹਨਾਂ ਚੀਜ਼ਾਂ ਦਾ ਇਸ ਆਪਦੇ ਆਪ ਨੂੰ ਲੈਟਰ ਜਾਂ ਚਿੱਠੀ ਜਾਂ ਕੋਈ ਵੀ ਲਿਖੋ, ਲਿਸਟ ਬਣਾਓ, ਐਂਡ ਉਹ ਤੁਹਾਡੀ ਮਾਨਸਿਕ ਵਿਕਾਸ ਵਾਸਤੇ ਬੜੀਆਂ ਚੀਜ਼ਾਂ ਠੀਕ ਰਹਿਣਗੀਆਂ। ਐਂਡ ਜਿੰਦੋਂ ਤੁਸੀਂ ਲਿਖਦੇ ਹੋ ਉਹ ਤੁਹਾਡੀ ਸਾਈਕੋਲੋਜੀ ਦੇ ਵਿੱਚ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀ ਸਟੋਰੀ ਤੁਸੀਂ ਅੱਜ 2020 ਦੀ ਆਪਣੇ ਆਪ ਨੂੰ ਦੱਸੋਗੇ, ਉਹ ਤੁਹਾਡੀ ਦਿਮਾਗ ਦੇ ਵਿੱਚ ਇੱਕ ਸਾਈਕੋਲੋਜੀ ਦੇ ਵਿੱਚ ਤੁਹਾਡੀ ਬੈਠੂਗੀ। ਐਂਡ ਜਦੋਂ ਇੱਕ ਚੰਗੀ ਚੀਜ਼ ਬੈਠਦੀ ਹੈ, ਜਾਂ ਤਾਂ ਇੱਕ ਬੁਰੀ ਚੀਜ਼ ਬੈਠਦੀ ਹੈ, ਜਾਂ ਇੱਕ ਚੰਗੀ ਚੀਜ਼ ਬੈਠਦੀ ਹੈ, ਜੇ ਅਸੀਂ ਬੁਰੀ ਕਰੀ ਜਾਵਾਂਗੇ ਤਾਂ ਇੱਕ ਬੁਰੀ ਸਾਈਕੋਲੋਜੀ ਬੈਠੂਗੀ। ਗਾਂਹ ਵਾਲਾ ਸਾਲ ਸਾਡੇ ਲਈ ਕਿੰਨਾ ਵੀ ਵਧੀਆ ਆ ਗਿਆ, ਪਰ ਅਸੀਂ ਫਿਰ ਵੀ ਫਰਸਟ੍ਰੇਸ਼ਨ ਰਵਾਂਗੇ, ਕਿਉਂਕਿ ਅੰਦਰ ਤਾਂ ਬਹੁਤ ਇੱਕ ਨੈਗੇਟਿਵ ਸਾਈਕੋਲੋਜੀ ਬੈਠੀ ਆ। ਪਰ ਜੇ ਅਸੀਂ ਇੱਕ ਪੋਜ਼ੀਟਿਵ
ਸਟੋਰੀ ਬਣਾਈਏ ਇਹ ਕਿ ਅਸੀਂ ਕੀ ਚੰਗਾ ਸਿੱਖਿਆ, ਕੀ ਚੰਗਾ ਸਾਨੂੰ ਲੱਗਿਆ। ਆਈ ਥਿੰਕ ਇਸ ਸਾਲ ਦੇ ਵਿੱਚ ਮੈਂ ਸਾਰੇ ਸਾਲਾਂ ਨਾਲੋਂ ਵੱਧ ਟਾਈਮ ਸਪੈਂਡ ਕੀਤਾ ਆਪਣੀ ਫੈਮਿਲੀ ਦੇ ਨਾਲ, ਚਾਹੇ ਉਹ ਫੋਨ ਕਾਲਸ ਦੇ ਥਰੂ ਸੀ, ਚਾਹੇ ਉਹ ਫੇਸ ਟਾਈਮ ਦੇ ਥਰੂ ਸੀ। ਸਭ ਤੋਂ ਵੱਧ ਟਾਈਮ ਮੈਂ ਸਪੈਂਡ ਕੀਤਾ ਆਪਣੇ ਪਾਰਟਨਰ ਦੇ ਨਾਲ। ਆਈ ਥਿੰਕ ਇੰਨਾ ਅਸੀਂ ਕਰਦੇ ਹੀ ਨਹੀਂ ਨੋਰਮਲ ਬੇਸਿਸ 'ਤੇ। ਐਂਡ ਸਭ ਤੋਂ ਵੱਧ ਸ਼ਾਂਤੀ ਅਤੇ ਠਹਿਰਾਵ ਮੇਰੀ ਜ਼ਿੰਦਗੀ 'ਚ ਇਸ ਸਾਲ ਦੇ ਵਿੱਚ ਰਿਹਾ। ਐਂਡ ਆਈ ਹੋਪ ਕਿ ਤੁਹਾਡੇ ਨਾਲ ਵੀ ਇੱਦਾਂ ਦਾ ਸਿਮਿਲਰ ਐਕਸਪੀਰੀਅੰਸ, ਹੋਰ ਵੀ ਬਹੁਤ ਚੰਗੀਆਂ ਚੀਜ਼ਾਂ ਹੋਈਆਂ ਹੋਣਗੀਆਂ। ਸੋ ਵਨਸ ਅਗੇਨ ਉਮੀਦ ਕਰਦੇ ਹਾਂ ਕਿ 2021 ਤੁਹਾਡੇ ਸਾਰਿਆਂ ਲਈ ਬਹੁਤ ਬਹੁਤ ਵਧੀਆ ਚੜ੍ਹੇ। ਐਂਡ ਤੁਸੀਂ ਸਾਰੇ ਇੱਕ ਦੂਜੇ ਆਪਦੇ ਪਿਆਰ ਵਾਲੇ ਲੋਕਾਂ ਨਾਲ ਰਲ ਮਿਲ ਕੇ ਬੈਠ ਕੇ ਉਹਨਾਂ ਨੂੰ ਜੱਫੀਆਂ, ਉਹਨਾਂ ਨੂੰ ਉਹਨਾਂ ਨਾਲ ਫਿਜ਼ੀਕਲ ਕੰਟੈਕਟ ਕਰ ਸਕੋ, ਬਿਕਾਜ਼ ਆਈ ਥਿੰਕ ਉਹ ਆਪਣੀ ਮਾਨਸਿਕਤਾ ਲਈ ਬੜਾ ਜ਼ਰੂਰੀ ਹੈ। ਇੱਕ ਜਦੋਂ ਕੋਈ ਫਿਜ਼ੀਕਲੀ ਸਾਨੂੰ ਹੱਗ ਮਿਲਦੀ ਹੈ, ਚਾਹੇ ਸਾਡੀ ਮਦਰ ਆ, ਚਾਹੇ ਸਾਡਾ ਬੱਚਾ ਵਾ, ਚਾਹੇ ਕਿਉਂਕਿ ਇਸ ਸਾਲ ਦੇ ਵਿੱਚ ਅਸੀਂ ਡਰੇ ਨਹੀਂ ਹਾਂ। ਇਸ ਸਾਲ ਦੇ ਵਿੱਚ ਜਦੋਂ ਕਈ ਵਾਰ ਛੋਟੇ ਬੱਚਿਆਂ ਨੂੰ ਤੁਸੀਂ ਆਪਦੇ ਨੈਫਿਓ ਜਾਂ ਨੀਸਸ ਨੂੰ ਚੱਕਣਾ ਤਾਂ ਤੁਹਾਨੂੰ ਡਰ ਲੱਗਦਾ ਸੀ ਕਿ ਸ਼ਾਇਦ ਮੈਂ ਇਹਨਾਂ ਨੂੰ ਕੋਈ ਚੀਜ਼ ਨਾ ਮੇਰੇ ਅੰਦਰ ਨਾ ਹੋਵੇ ਅਤੇ ਮੈਂ ਦੇ ਨਾ ਦੇਵਾਂ, ਸ਼ਾਇਦ ਮੈਂ ਇਹਨਾਂ ਨੂੰ ਬਿਮਾਰ ਨਾ। ਸੋ ਅਫਕੋਰਸ ਉਸ ਡਰ ਦੇ ਵਿੱਚ ਐਂਡ ਉਮੀਦ ਕਰਦੇ ਕਿ ਆਉਣ ਵਾਲੇ ਜਿਹੜੇ 2021 ਦੇ ਵਿੱਚ ਆ ਸਾਨੂੰ ਉਹ ਡਰ ਨਾ ਹੋਵੇ। ਐਂਡ ਅਸੀਂ ਬਿਨਾਂ ਡਰ ਅਤੇ ਬਿਨਾਂ ਭੈ ਤੋਂ ਅਸੀਂ ਲੋਕਾਂ ਨੂੰ ਜੱਫੀ ਪਾ ਸਕੀਏ, ਹੱਗ ਕਰ ਸਕੀਏ, ਉਹਨਾਂ ਦੇ ਨਾਲ ਫਿਜ਼ੀਕਲ ਕੰਟੈਕਟ ਦੇ ਵਿੱਚ ਰਹਿ ਸਕੀਏ। ਸੋ ਵਨਸ ਅਗੇਨ ਹੈਪੀ ਨਿਊ ਈਅਰ ਐਵਰੀਬਡੀ, ਤੁਹਾਡੇ ਪਰਿਵਾਰਾਂ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ।